ਰਾਮਦਾਸ ਅਰਜਨ ਗੁਰੂ ਬਾਰ ਸ੍ਰੀ ਹਰਗੋਬਿੰਦ ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨ ਅਰਬਿੰਦ ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨ ਅਰਬਿੰਦ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸ਼ਨ ਸੋਏ। ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸ਼ਨ ਸੋਏ। ਵਾਹਿਗੁਰੂ ਸਾਹਿਬ ਜੀ ਦੋਹਰਾ। ਇਮ ਸ੍ਰੀ ਨਾਨਕ ਕੀ ਮਹਾ ਕਹੀ ਵਡਿਆਈ ਚਾਰ। ਪਠਹਿ ਚੋ ਚਿਤ ਵਹਿ ਚ੍ਰਿਤ ਗੁਰ ਤਰਾਸ ਨ ਕਿਤ ਤੇ ਧਾਰ। ਇਮ ਸ੍ਰੀ ਨਾਨਕ ਕੀ ਮਹਾ ਕਹੀ ਵਡਿਆਈ ਕਥਾ। ਗਰੀਬ ਨਵਾਜ ਸੱਚੇ ਪਾਤਸ਼ਾਹ ਦੀਨ ਦੁਨੀਆ ਦੇ ਮਾਲਕ ਚਬਰ ਛਤਰ ਤਖਤ ਦੇ ਮਾਲਕ ਹਜੂਰ ਗਰੀਬ ਨਵਾਜ ਸੱਚੇ ਪਾਤਸ਼ਾਹ ਦਾਸਾਂ ਗਰੀਬਾਂ ਸਿੱਖਾਂ ਸੇਵਕਾਂ ਦੀ ਸਦਾ ਹੀ ਇੱਜ਼ਤ ਰੱਖਣ ਵਾਲੇ ਪੱਤ ਰੱਖਣ ਵਾਲੇ ਦਇਆ ਕਰਨ ਵਾਲੇ ਮਿਹਰਾਂ ਕਰਨ ਵਾਲੇ ਬਖਸ਼ਿਸ਼ਾਂ ਕਰਨ ਵਾਲੇ ਧੰਨ ਧੰਨ ਅੰਤਰਜਾਮੀ ਸੱਚੇ ਪਾਤਸ਼ਾਹ ਗਰੀਬ ਨਵਾਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਬੜੇ ਹੀ ਪਿਆਰ ਨਾਲ ਸਾਰੀਆਂ ਸੰਗਤਾਂ ਦੋਵੇਂ ਹੱਥ ਜੋੜੋ ਗੱਜ ਕੇ ਕਹੋ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸੱਚੇ ਪਾਤਸ਼ਾਹ ਗਰੀਬ ਨਵਾਜ ਸਾਹਿਬ ਜੀ ਦੀ ਪਵਿੱਤਰ ਪਾਵਨ ਹਾਜ਼ਰੀ ਵਿਖੇ ਸੁਭਾਏਮਾਨ ਸਤਿਗੁਰੂ ਜੀ ਦੀ ਪਿਆਰੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਖਾਲਸਾ ਸੰਗਤ ਜੀ ਆਪ ਜੀ ਦੇ ਬੜੇ ਮਹਾਨ ਭਾਗ ਹਨ। ਬੜੇ ਪਿਆਰ ਨਾਲ ਟਿਕਾਓ ਵਿੱਚ ਬੈਠ ਕੇ ਗੁਰਬਾਣੀ ਜੀ ਦਾ ਕੀਰਤਨ ਆਪ ਜੀ ਨੇ ਸਰਵਣ ਕੀਤਾ। ਲੜੀਵਾਰ ਕਥਾ ਹੁਣ ਆਪਾਂ ਕੁਝ ਸਮਾਂ ਸਰਵਣ ਕਰਨੀ ਹੈ। ਪੰਚਮ ਗੁਰਦੇਵ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਗਰੀਬ ਨਵਾਜ ਸਾਹਿਬ ਜੀ ਦੀ ਲੜੀਵਾਰ ਕਥਾ ਆਪ ਜੀ ਸਰਵਣ ਕਰ ਰਹੇ ਹੋ। ਬੜੇ ਪਿਆਰ ਨਾਲ ਸਾਰੀਆਂ ਸੰਗਤਾਂ ਗੱਜ ਕੇ ਕਹੋ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਹਜੂਰ ਗਰੀਬ ਨਵਾਜ ਸੱਚੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਗੁਰੂ ਕੀ ਵਡਾਲੀ ਵਿਖੇ ਸਿੱਖ ਸੰਗਤਾਂ ਨੂੰ ਤਾਰ ਰਹੇ ਹਨ। ਛੇਵੇਂ ਪਾਤਸ਼ਾਹ ਜੀ ਦਾ ਆਗਮਨ ਹੋਇਆ ਜਿੱਥੇ ਸੰਗਤਾਂ ਬਹੁਤ ਜ਼ਿਆਦਾ ਖੁਸ਼ ਹਨ। ਬਾਬਾ ਪ੍ਰਿਥੀਆ ਜੀ ਤੇ ਬੀਬੀ ਕਰਮੋ ਜੀ ਸੁਣ ਕੇ ਬੜੇ ਦੁਖੀ ਹੋਏ ਨੇ। ਤੁਸੀਂ ਸੁਣਿਆ ਇੱਕ ਦਾਈ ਨੂੰ ਪ੍ਰੇਰ ਕੇ ਮਾਇਆ ਦੇ ਕੇ ਰਿਸ਼ਵਤ ਦੇ ਕੇ ਛੇਵੇਂ ਪਾਤਸ਼ਾਹ ਮਹਾਰਾਜ ਜੀ ਨੂੰ ਮਰਵਾਉਣ ਵਾਸਤੇ ਭੇਜਿਆ ਜੀ। ਉਲਟਾ ਜਦੋਂ ਮਹਾਰਾਜ ਜੀ ਨੂੰ ਛਲ ਕਪਟ ਕਰਕੇ ਆਪਣੀ ਗੋਦ ਵਿੱਚ ਉਹਨੇ ਲੈ ਲਿਆ ਜੀ। ਤੁਸੀਂ ਸੁਣਿਆ ਕਿਵੇਂ ਉਹਨੇ ਕਿਹਾ ਵੀ ਜਿਸ ਬੱਚੇ ਨੂੰ ਮੈਂ ਦੁੱਧ ਪਿਆਵਾਂ ਉਹ ਕਦੀ ਬਿਮਾਰ ਨਹੀਂ ਹੁੰਦਾ ਜੀ। ਮਾਤਾ ਜੀ ਨੇ ਉਹਨੂੰ ਦੇ ਦਿੱਤਾ ਜੀ। ਹਾਂਜੀ ਅਤੇ ਜਦੋਂ ਉਹਨੇ ਛਲ ਕਪਟ ਵਰਤਿਆ ਛੇਵੇਂ ਪਾਤਸ਼ਾਹ ਨੇ ਇੱਕ ਤਾਂ ਉਹਦੀ ਗੁੱਤ ਫੜੀ ਜੀ। ਹਾਂਜੀ ਅਤੇ ਇੰਨੇ ਜ਼ੋਰ ਦੀ ਸਾਧ ਸੰਗਤ ਜੀ ਉਹਦੀ ਗੁੱਤ ਖਿੱਚੀ ਹੈ ਉਹਦੇ ਪ੍ਰਾਣ ਹੀ ਕੱਢ ਲਏ ਜੀ। ਪ੍ਰਾਣ ਹੀ ਕੱਢ ਦਿੱਤੇ ਜੀ। ਕਵੀ ਜੀ ਨੇ ਪ੍ਰਮਾਣ ਦਿੱਤਾ ਬੜਾ ਸੋਹਣਾ। ਕਹਿੰਦੇ ਜਿਵੇਂ ਬੱਚੇ ਪਾਈਪ ਵਿੱਚ ਖਾਲੀ ਤੀਲੇ ਵਿੱਚ ਹਵਾ ਦੇ ਨਾਲ ਪਾਣੀ ਖਿੱਚਦੇ ਨਾ ਤਾਂ ਨੂੰ ਮਾਰਾਂ ਨੇ ਹੱਥਾਂ ਨਾਲ ਉਹਦੇ ਪ੍ਰਾਣ ਖਿੱਚ ਲਏ ਜੀ। ਮਰੀ ਪਈ ਜੀ ਉਹ ਜੀ ਉਹਦਾ ਸਰੀਰ ਮਰਿਆ ਜੀ। ਰੂਹ ਉੱਤੇ ਆਕਾਸ਼ ਵਿੱਚ ਗਈ ਜੀ। ਗੰਧਰਵੀ ਵਾਪਸ ਬਣੀ। ਉਹਨੇ ਫਿਰ ਸਾਰੀ ਗੱਲ ਦੱਸੀ ਹੈ ਕਿ ਮੈਂ ਗੰਧਰਵੀ ਸਾਂ ਸਵਰਗਾਂ ਵਿੱਚ ਗਾਉਣ ਵਾਲੀ ਸਾਂ। ਇੱਕ ਦਿਨ ਦੇਵਤਿਆਂ ਦਾ ਗੁਰੂ ਆਇਆ
ਮੈਂ ਬੈਠੀ ਗਾ ਰਹੀ ਸਾਂ, ਸਭ ਦੇਵਤੇ ਉੱਠ ਕੇ ਖਲੋਤੇ ਗੁਰੂ ਦਾ ਸਤਿਕਾਰ ਕਰਨ ਲਈ, ਮੈਂ ਨਹੀਂ ਉੱਠੀ। ਜਦੋਂ ਮੈਂ ਨਹੀਂ ਉੱਠੀ, ਉਹਨੇ ਕਿਹਾ ਵੀ ਇਹੋ ਜੀ ਹੰਕਾਰਣ ਸਵਰਗ 'ਚ ਕੀ ਕਰਦੀ ਹੈ? ਉਹਨੇ ਸ਼ਰਾਪ ਦਿੱਤਾ ਵੀ ਚੱਲ ਧਰਤੀ ਤੇ ਦਾਈ ਬਣ, ਹੁਣ ਤੂੰ ਇਹੋ ਹੀ ਕੰਮ ਕਰੇਂਗੀ। ਕਹਿਣ ਲੱਗੀ, ਮੈਂ ਪੁੱਛਿਆ ਮੇਰਾ ਉਧਾਰ ਕਿਵੇਂ ਹੋਏਗਾ? ਉਹਨਾਂ ਕਿਹਾ, ਗੁਰੂ ਨਾਨਕ ਸਾਹਿਬ ਜੀ ਦੀ ਗੱਦੀ ਤੇ 5ਵੇਂ ਜਾਮੇ 'ਚ ਗੁਰੂ ਅਰਜਨ ਸਾਹਿਬ ਬੈਠਣਗੇ, ਉਹਨਾਂ ਦਾ ਪੁੱਤਰ ਹਰਗੋਬਿੰਦ ਜੀ ਹੋਣਗੇ, ਉਹ ਤੇਰਾ ਉਧਾਰ ਕਰਨਗੇ। ਕਹਿੰਦੀ ਮੇਰਾ ਉਧਾਰ ਹੁਣ ਉਹਨਾਂ ਨੇ ਕੀਤਾ ਹੈ। ਉਹਨੇ ਇਹ ਵੀ ਬੋਲ ਕੇ ਦੱਸਿਆ ਵੀ ਮੈਨੂੰ ਬਾਬੇ ਪ੍ਰਿਥੀਏ ਨੇ ਇੱਧਰ ਭੇਜਿਆ ਹੈ ਜੀ। ਸਾਰੀ ਕਥਾ ਤੁਸੀਂ ਸੁਣ ਲਈ ਹੈ। ਬਾਬੇ ਪ੍ਰਿਥੀਏ ਨੇ ਮੈਨੂੰ ਭੇਜਿਆ, ਬੀਬੀ ਕਰਮੋ ਨੇ ਕਿਵੇਂ ਮੈਨੂੰ ਲਾਲਚ ਦਿੱਤਾ ਹੈ। ਪਰ ਇਹ ਵੀ ਸਾਰਾ ਕੁਝ ਸਾਧ ਸੰਗਤ ਜੀ, ਜੇ ਬਾਬਾ ਪ੍ਰਿਥੀਆ ਜੀ ਨਾ ਕਹਿੰਦੇ, ਉਹਦਾ ਉਧਾਰ ਕਿਵੇਂ ਹੋਣਾ ਸੀਗਾ ਜੀ? ਇਹ ਤੇ ਖੇਡ ਧੁਰਦੀ ਹੈ ਸਾਰੀ ਜੀ। ਤੁਸੀਂ ਇੱਥੇ ਕਿਸੇ ਨੂੰ ਵੀ ਕਸੂਰਵਾਰ ਨਹੀਂ ਠਹਿਰਾ ਸਕਦੇ ਜੀ, ਕਿਸੇ ਨੂੰ ਵੀ ਕਸੂਰਵਾਰ ਨਹੀਂ ਠਹਿਰਾ ਸਕਦੇ। ਧੁਰ ਦੀ ਖੇਡ ਹੈ ਸਾਰੀ ਦੀ ਹੈ। ਗੁਰੂ ਅਰਜਨ ਦੇਵ ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਨੂੰ ਪਤਾ ਲੱਗਾ ਜੀ। ਇੱਕ ਸਿੱਖ ਨੇ ਦੌੜ ਕੇ ਜਾ ਕੇ ਦੱਸਿਆ, ਮਹਾਰਾਜ ਘਰ ਦੇ ਵਿੱਚ ਆਏ, ਮਰੀ ਹੋਈ ਦਾਈ ਦਾ ਸਰੀਰ ਵੇਖਿਆ। ਗੁਰੂ ਅਰਜਨ ਸਾਹਿਬ ਜੀ ਨੇ ਪਰਮੇਸ਼ਰ ਦਾ ਸ਼ੁਕਰਾਨਾ ਕਰਦਿਆਂ ਹੋਇਆ ਆਸਾ ਰਾਗ ਵਿੱਚ ਸ਼ਬਦ ਉਚਾਰਿਆ ਜੀ। ਸ਼ਬਦ ਤੁਸੀਂ ਸੁਣਿਆ ਸੀ, ਗੁਰ ਪੂਰੇ ਰਾਖਿਆ ਦੇ ਹਾਥ, ਪ੍ਰਗਟ ਭਇਆ ਜਨ ਕਾ ਪ੍ਰਤਾਪ। ਪੂਰੇ ਗੁਰੂ ਨੇ ਹੱਥ ਦੇ ਕੇ ਰੱਖ ਲਿਆ, ਜਨ ਦਾ ਸੇਵਕ ਦਾ ਪ੍ਰਤਾਪ ਪ੍ਰਗਟ ਹੋ ਕੇ ਸਾਹਮਣੇ ਆ ਗਿਆ ਹੈ। ਗੁਰ ਗੁਰ ਜਪੀ ਗੁਰੂ ਗੁਰ ਧਿਆਈ, ਜੀ ਕੀ ਅਰਦਾਸ ਗੁਰੂ ਪਹਿ ਪਾਈ। ਸੋ ਇਹ ਸ਼ਬਦ ਆਪ ਜੀ ਨੇ ਸਾਰਾ ਸਰਵਣ ਕੀਤਾ। ਮਹਾਰਾਜ ਕਿਰਪਾ ਕਰਨ ਸੱਚੇ ਪਾਤਸ਼ਾਹ। ਗੁਰੂ ਅਰਜਨ ਸਾਹਿਬ ਜੀ ਦਾ ਗੁਣ ਵੇਖੋ ਕਿੰਨਾ ਵੱਡਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਐ, ਸਰਨ ਪਰੇ ਸਾਚੇ ਗੁਰਦੇਵ, ਪੂਰਨ ਹੋਈ ਸੇਵਕ ਸੇਵ। ਜਿਉ ਪਿੰਡ ਜੋਬਨ ਰਾਖੈ ਪ੍ਰਾਨ, ਕਹੋ ਨਾਨਕ ਗੁਰ ਕੋ ਕੁਰਬਾਨ। ਹਰ ਗੱਲ ਵਿੱਚ ਗੁਰੂ ਅਰਜਨ ਦੇਵ ਜੀ, ਗੁਰੂ ਨਾਨਕ ਸਾਹਿਬ ਜੀ ਦੀ ਵਡਿਆਈ ਕਰਦੇ ਹੈ ਜੀ, ਹਰ ਗੱਲ ਵਿੱਚ। ਹੁਣ ਇੱਕ ਗੱਲ ਦਾ ਅੰਦਾਜ਼ਾ ਲਾਓ, ਗੁਰੂ ਅਰਜਨ ਸਾਹਿਬ ਗੁਰੂ ਹੋ ਕੇ ਗੁਰੂ ਜੀ ਦੀ ਵਡਿਆਈ ਕਰਨ ਦੇ ਹੈ, ਸਾਨੂੰ ਕਿਉਂ ਨਹੀਂ ਕਰਨੀ ਚਾਹੀਦੀ ਜੀ? ਆਖੋ ਵਾਹਿਗੁਰੂ। ਸ੍ਰੀ ਗੁਰੂ ਅਰਜਨ ਸਾਹਿਬ ਗੁਰਤਾ ਗੱਦੀ ਦੇ ਮਾਲਕ ਹੋ ਕੇ ਜੀ, ਖੁਦ ਪਾਰ ਬ੍ਰਹਮ ਗੁਰੂ ਦਾ ਰੂਪ ਹੋ ਕੇ ਗੁਰੂ ਨਾਨਕ ਸਾਹਿਬ ਜੀ ਦੀ ਵਡਿਆਈ ਕਰਦੇ। ਕਹਿੰਦੇ ਗੁਰ ਗੁਰ ਜਪੀ ਗੁਰੂ ਗੁਰ ਧਿਆਈ। ਸਾਨੂੰ ਕਿਉਂ ਨਹੀਂ ਕਰਨੀ ਚਾਹੀਦੀ ਜੀ? ਪਿਆਰ ਨਾਲ ਗੱਜ ਕੇ ਕਹਿ ਦਿਓ ਸਾਰੇ, ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਹੁਣ ਅੱਗੋਂ ਕਥਾ ਸਰਵਣ ਕਰਨੀ ਹੈ ਆਪਾਂ ਸਾਰਿਆਂ ਨੇ ਬੜੇ ਪਿਆਰ ਦੇ ਨਾਲ। ਕੋਈ ਰਸਨਾ ਬਾਂਝੀ ਨਾ ਰਹੇ। ਸਭ ਸੰਗਤ ਗੱਜ ਕੇ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਾਂਜੀ। ਦੋਹਰਾ ਇਮ ਸ੍ਰੀ ਨਾਨਕ ਕੀ ਮਹਾ ਕਹੀ ਬਡਾਈ ਚਾਰ। ਇਮ ਸ੍ਰੀ ਨਾਨਕ ਕੀ ਮਹਾ ਕਹੀ ਬਡਾਈ ਚਾਰ। ਇਸ ਤਰੀਕੇ ਦੇ ਨਾਲ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਗੁਰੂ ਨਾਨਕ ਸਾਹਿਬ ਜੀ ਦੀ ਵੱਡੀ ਵਡਿਆਈ ਕੀਤੀ। ਚਾਰ ਸ਼ਬਦ ਆਇਆ ਜੀ। ਚਾਰ ਦਾ ਅਰਥ ਹੁੰਦਾ ਸੋਹਣੀ ਜੀ, ਸੋਹਣੀ ਵਡਿਆਈ ਕੀਤੀ ਹੈ। ਪਠਹਿ ਜੋ ਚਿਤ ਵਹਿ ਚਰਿਤ ਗੁਰ, ਤਰਾਸ ਨਾ ਕਿਤ ਤੇ ਧਾਰ। ਇਸ ਤਰੀਕੇ ਨਾਲ ਜਿਹੜਾ ਇਸ ਸ਼ਬਦ ਨੂੰ ਪੜ੍ਹੇਗਾ, ਸੁਣੇਗਾ, ਉਹਦੇ ਅੰਦਰ ਦੇ ਡਰ ਸਾਰੇ ਨਾਸ ਹੋਣਗੇ ਜੀ। ਬੰਦਾ ਡਰਦਾ ਰਹਿੰਦਾ ਸਾਧ ਸੰਗਤ ਜੀ। ਆਪਾਂ ਵੇਖ ਲਈਏ ਸੰਸਾਰੀ ਬੰਦੇ ਹੈਗੇ ਆ, ਕਿਸੇ ਨਾ ਕਿਸੇ ਚੀਜ਼ ਤੋਂ ਡਰ ਲੱਗਾ ਹੀ ਰਹਿੰਦਾ ਜੀ ਸਾਨੂੰ ਜੀ। ਕਰੋਨਾ ਆਇਆ, ਸਾਰੀ ਦੁਨੀਆ ਹੀ ਡਰੀ ਪਈ ਸੀਗੀ ਜੀ। ਇੱਕ ਬੰਦੇ ਦੀ ਤੇ ਗੱਲ ਛੱਡੋ। ਕਵੀ ਜੀ ਕਹਿੰਦੇ ਆ, ਕਹਿੰਦੇ ਜਿਹੜਾ ਇਹ ਸ਼ਬਦ ਪ੍ਰੇਮ ਨਾਲ ਪੜ੍ਹੇਗਾ, ਸੁਣੇਗਾ ਗੁਰੂ ਦੇ ਚਰਿੱਤਰਾਂ ਨੂੰ, ਉਹਦੇ ਡਰ ਦੂਰ ਹੋਣਗੇ ਸਾਰੇ ਜੀ। ਹਾਂਜੀ। ਕਬਿਤ ਭਇ ਅਸ ਕੌਤਕ, ਬਿਸਮ ਰਹੇ ਲੋਕ ਸਭ। ਜਦੋਂ ਇਹ ਕੌਤਕ ਵਰਤਿਆ ਨਾ ਜੀ, ਦਾਈ ਮਰੀ, ਦਾਈ ਨੇ ਆਪਣਾ ਪਿਛਲਾ ਜਨਮ ਸਾਰਾ ਸੁਣਾਇਆ, ਕਿੰਨੇ ਭੇਜਿਆ ਦਾਈ ਨੂੰ। ਇਹ ਵੀ ਗੱਲ ਜਦੋਂ ਦਾਈ ਨੇ ਦੱਸੀ ਹੈ, ਸਭ ਲੋਕ ਹੀ ਹੈਰਾਨ ਹੋ ਗਏ ਜੀ, ਸਭ ਲੋਕ ਹੈਰਾਨ ਹੋ ਗਏ। ਪੁੱਤਰ ਕੋ ਬਲੋਕ ਭਏ ਦੰਪਤ ਆਨੰਦ ਆਤ। ਮਹਾਰਾਜ ਗੁਰੂ ਅਰਜਨ ਸਾਹਿਬ ਜੀ, ਮਾਤਾ ਗੰਗਾ ਜੀ,
ਛੇਵੇਂ ਪਾਤਸ਼ਾਹ ਨੂੰ ਬਿਲਕੁਲ ਰਾਜੀ ਖੁਸ਼ੀ ਵੇਖ ਕੇ ਬੜੇ ਆਨੰਦ ਵਿੱਚ ਹੋਏ ਨੇ ਜੀ। ਮੇਰਾ ਸਤਿਗੁਰ ਰਖਵਾਲਾ ਹੋਆ, ਧਾਰ ਕਿਰਪਾ ਪ੍ਰਭ ਹੱਥ ਦੇ ਰਾਖਿਆ, ਹਰ ਗੋਬਿੰਦ ਨਵਾ ਨਰਵਾ। ਦਰਸ਼ਨ ਕਰਕੇ ਬੜੇ ਆਨੰਦ ਵਿੱਚ ਹੋਏ ਵੀ ਇਹ ਰਾਜੀ ਖੁਸ਼ੀ ਨੇ। ਹਾਂਜੀ। ਕੀਨਸ ਕਰਾਹੋ ਬਾਂਟ ਦੀਨਸ ਉਸ਼ਾਹ ਕਰ। ਗੁਰੂ ਅਰਜਨ ਦੇਵ ਮਹਾਰਾਜ ਕਹਿਣ ਲੱਗੇ, ਸਿੱਖੋ ਸਾਡੇ ਸਾਹਿਬਜ਼ਾਦੇ ਪੁੱਤਰ ਦੀ ਰਾਖੀ ਗੁਰੂ ਨਾਨਕ ਸਾਹਿਬ ਜੀ ਨੇ ਕੀਤੀ ਹੈ, ਖੁੱਲਾ ਕੜਾ ਪ੍ਰਸ਼ਾਦ ਬਣਾਓ। ਕਹਿਣ ਲੱਗੇ ਕੜਾ ਪ੍ਰਸ਼ਾਦ ਬਣਾਇਆ ਗਿਆ ਤੇ ਫਿਰ ਬੜੇ ਉਤਸ਼ਾਹ ਦੇ ਨਾਲ ਗੁਰੂ ਕੀ ਵਡਾਲੀ ਵਿੱਚ ਕੜਾ ਪ੍ਰਸ਼ਾਦ ਵਰਤਿਆ ਜੀ। ਹਾਂਜੀ। ਸਗਰੇ ਗੁਰਨ ਕੋ ਲੈ ਨਾਮ ਧਰ ਧਿਆਨ ਚਿਤ। ਜਦੋਂ ਅਰਦਾਸ ਕੀਤੀ ਨਾ ਜੀ ਤੇ ਗੁਰੂ ਨਾਨਕ ਸਾਹਿਬ ਜੀ, ਗੁਰੂ ਅੰਗਦ ਸਾਹਿਬ ਜੀ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ, ਸਾਰੇ ਗੁਰੂਆਂ ਦਾ ਨਾਮ ਲੈ ਕੇ ਧਿਆਨ ਧਾਰਿਆ ਜੀ। ਚੇਤਾ ਰੱਖਿਓ, ਸਾਡੀ ਗੱਲ ਬਣਦੀ ਭਲਾ ਕਿਉਂ ਨਹੀਂ? ਇੱਕ ਇੱਕ ਗੱਲ ਧਿਆਨ ਦੇਣ ਵਾਲੀ ਹੈਗੀ ਹੈ। ਸਗਰੇ ਗੁਰਨ ਕੋ ਨਾਮ ਧਰ ਧਿਆਨ ਕਰ। ਧਿਆਨ ਉਰ ਕਹਿੰਦੇ ਸਾਰੇ ਗੁਰੂ ਸਾਹਿਬਾਂ ਦਾ ਨਾਮ ਵੀ ਲਿਆ, ਉਹਨਾਂ ਦਾ ਧਿਆਨ ਵੀ ਹਿਰਦੇ 'ਚ ਧਾਰਿਆ ਜੀ। ਹੁਣ ਆਪਾਂ ਪ੍ਰੀਤਮ ਭਗਉਤੀ ਸਿਮਰ ਕਾ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਾਏ ਅਰਜਨ ਹਰਗੋਬਿੰਦ ਨੋ ਸਿਮਰ ਸ੍ਰੀ ਰਾਏ ਕਰੀ ਜਾਂਦੇ ਆ ਜੀ। ਕਦੀ ਵੇਖੋ ਵੀ ਧਿਆਨ ਧਾਰਿਆ ਜੀ ਉਹਨਾਂ ਦਾ ਜੀ। ਗੁਰੂ ਨਾਨਕ ਲਈ ਧਿਆਏ, ਗੁਰੂ ਨਾਨਕ ਸਾਹਿਬ ਦਾ ਧਿਆਨ ਧਾਰਿਆ ਹਿਰਦੇ 'ਚ ਜੀ। ਸਾਡੇ ਕੰਮ ਵੀ ਤਾਂ ਤਾਈਆਂ ਅਧੂਰੇ ਰਹਿ ਜਾਂਦੇ ਨਾ ਜੀ। ਸਾਰੇ ਗੁਰੂ ਸਾਹਿਬਾਂ ਦਾ ਨਾਮ ਲਿਆ ਤੇ ਹਿਰਦੇ 'ਚ ਧਿਆਨ ਧਾਰਿਆ ਜੀ। ਫਿਰ ਕੜਾਹ ਪ੍ਰਸ਼ਾਦ ਨੂੰ ਭੋਗ ਲੱਗਾ ਜੀ। ਫਿਰ ਸਾਰੀਆਂ ਸੰਗਤਾਂ 'ਚ ਵਰਤਿਆ ਜੀ। ਹਾਂਜੀ। ਰੈਣ ਦਿਨ ਰਛਕ ਦਰੋਜਨ ਗਾਨ ਭਛਕ। ਹਜੂਰ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਸਾਰਿਆਂ ਨੂੰ ਕਹਿਣ ਲੱਗੇ, ਭਾਈ ਗੁਰੂ ਨਾਨਕ ਸਾਹਿਬ ਦਿਨ ਰਾਤ ਸਾਡੇ ਰਾਖੇ ਨੇ। ਕਹਿਣ ਲੱਗੇ ਮਹਾਰਾਜ ਸਾਡੀ ਰਾਖੀ ਕਰਦੇ ਆ, ਦੁਸ਼ਟਾਂ ਦਾ ਨਾਸ ਕਰਨ ਵਾਲੇ ਨੇ ਸੱਚੇ ਪਾਤਸ਼ਾਹ। ਹਾਂਜੀ। ਵਿਸਾਲ ਜਸ ਸਵਛਕ ਸੋ ਜੀਵਕ ਵਛਲ ਨਿਤ। ਹਾਂ, ਉਹ ਵਿਸਾਲ ਜਸ ਵਛਲ ਬਹੁਤ ਵਧੀਆ ਪਵਿੱਤਰ ਜਸ ਦੇਣ ਵਾਲੇ ਐ, ਸੇਵਕਾਂ ਦਾ ਕਲਿਆਣ ਕਰਨ ਵਾਲੇ ਐ। ਸਾਧ ਸੰਗਤ ਜੀ, ਗੁਰੂ ਅਰਜਨ ਸਾਹਿਬ ਨੇ ਨਿਮਰਤਾ ਦੇ ਹੱਦ ਬੰਦੇ ਟੱਪੇ ਹੋਏ ਨੇ ਜੀ। ਕਿਉਂ? ਗੁਰੂ ਹੋ ਕੇ ਵੀ ਸਭ ਨੂੰ ਇਹੋ ਕਹਿੰਦੇ ਆ, ਸਾਡੇ ਰਾਖੇ ਤੇ ਗੁਰੂ ਨਾਨਕ ਸਾਹਿਬ ਹਨ ਜੀ। ਸੇਵਕਾਂ ਨੂੰ ਮਾਣ ਦੇਣ ਵਾਲੇ। ਵੇਖ ਲਓ ਉਹਨਾਂ ਦੇ ਅੰਦਰ ਤੇ ਗੁਰੂ ਨਾਨਕ ਸਾਹਿਬ ਬੈਠੇ ਆ ਜੀ। ਉਹੀ ਤੇ ਗੁਰੂ ਨਾਨਕ ਸਾਹਿਬ ਨੇ ਜੀ ਉਹ। ਹਾਂਜੀ। ਰਿਦੇ ਮੈਂ ਅਰਾਧ ਤੇ ਸਕਲ ਸੁਖ ਲਾਦ ਤੇ ਕਹਿਣ ਲੱਗੇ, ਮਹਾਰਾਜ ਨੇ ਫਿਰ ਸਿੱਖਾਂ ਨੂੰ ਆਖਿਆ, ਬੜੇ ਧਿਆਨ ਨਾਲ ਸੁਣਿਓ। ਕਹਿੰਦੇ ਰਿਦੇ ਮੈਂ ਅਰਾਧ ਤੇ, ਜਿਹੜੇ ਸਿੱਖ ਹਿਰਦੇ ਵਿੱਚ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੂੰ ਅਰਾਧਦੇ ਨੇ, ਚੇਤੇ ਕਰਦੇ, ਆਖੋ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਐ ਮਨੋ ਜੀ। ਵੇਖੋ ਨਾ, ਮਹਾਰਾਜ ਦਾ ਬਚਨ ਹੈ, ਹਿਰਦੈ ਮੈਂ ਅਰਾਧ ਤੇ। ਹਿਰਦੇ ਵਿੱਚ ਜਿਹੜਾ ਅਰਾਧਦਾ, ਮੂੰਹੋਂ ਬੋਲ ਦੇਣਾ ਬਹੁਤ ਚੰਗੀ ਗੱਲ ਹੈ, ਉਹਦੇ ਤੋਂ ਵੀ ਵੱਡੀ ਗੱਲ ਹਿਰਦੇ 'ਚ ਅਰਾਧਨਾ ਜੀ। ਜਿਹੜੇ ਹਿਰਦੇ 'ਚ ਗੁਰੂ ਨਾਨਕ ਸਾਹਿਬ ਜੀ ਨੂੰ ਅਰਾਧਦੇ ਆ ਨਾ, ਸਕਲ ਸੁੱਖ ਲਾਦ ਤੇ ਉਹਨਾਂ ਨੂੰ ਸਾਰੇ ਸੁੱਖ ਹੀ ਲੱਭਦੇ ਆ ਫਿਰ। ਹਾਂਜੀ। ਅਨੇਕ ਬਾਧਾ ਬਾਧ ਤੇ ਸਦੀਵ ਸਤ ਨਾਮ ਹਿਤ। ਉਹਨਾਂ ਦੇ ਵਿੱਚ ਵਾਧੇ ਹੀ ਪਈ ਜਾਂਦੇ ਜੀ, ਵਾਧੇ ਹੀ ਪਈ ਜਾਂਦੇ ਜੀ ਉਹਨਾਂ ਦੇ ਜੀ। ਅਨੇਕ ਬਾਧਾ ਬਾਧ ਤੇ ਸਦੀਵ ਸਤ ਨਾਮ ਹਿਤ। ਜਿਨ੍ਹਾਂ ਦਾ ਨਾਮ 'ਚ ਧਿਆਨ ਲੱਗਾ ਰਹਿੰਦਾ, ਉਹਨਾਂ ਦੇ ਵਾਧੇ ਹੀ ਪਈ ਜਾਂਦੇ ਜੀ। ਅਸੀਂ ਵੇਖਿਆ ਜੀ, ਤੁਸੀਂ ਵੀ ਵੇਖਿਆ ਹੋਏਗਾ ਜੀ। ਜਿਨ੍ਹਾਂ ਬੰਦਿਆਂ ਨੇ ਨਾਮ ਜਪਿਆ, ਉਹਨਾਂ ਦੇ ਕੰਮਾਂ 'ਚ ਵਾਧੇ ਹੀ ਪਏ ਜੀ, ਉਹਨਾਂ ਦੇ ਕੰਮਾਂ 'ਚ ਘਾਟੇ ਨਹੀਂ ਪਏ ਜੀ। ਵੱਧਦੇ ਹੀ ਜਾਂਦੇ ਜੀ, ਵੱਧਦੇ ਜਾਂਦੇ ਜੀ ਉਹ ਜੀ। ਹਾਂਜੀ। ਸਵਈਆ ਗੰਗ ਆਨੰਦ ਸੋ ਨੰਦਨ ਕੋ ਪ੍ਰਤਪਾਰਤ ਹੋਏ ਸੁਚੇਤ ਸਦਾ। ਹੁਣ ਅੱਗੋਂ ਕਹਿੰਦੇ ਆ, ਗੰਗ ਆਨੰਦ ਸੋ ਨੰਦਨ ਕੋ। ਮਾਤਾ ਗੰਗਾ ਜੀ ਆਪਣੇ ਪੁੱਤਰ ਗੁਰੂ ਹਰਗੋਬਿੰਦ ਸਾਹਿਬ ਨੂੰ ਪ੍ਰਤਪਾਰਤ ਹੋਏ ਸੁਚੇਤ ਸਦਾ। ਹੁਣ ਬੜੇ ਧਿਆਨ ਨਾਲ ਪ੍ਰਤਪਾਲਣਾ ਕਰਦੇ ਜੀ। ਕਿਉਂ? ਅੱਗੇ ਦਾਈ ਵਾਲਾ ਦਾ ਖਾ ਲਿਆ ਨਾ ਜੀ, ਗੱਜ ਕੇ ਆਖੋ। ਹੁਣ ਹੋਰ ਧਿਆਨ ਦੇ ਕੇ ਮਹਾਰਾਜ ਦੀ ਪ੍ਰਤਪਾਲਣਾ ਕਰਦੇ ਜੀ। ਹਾਂਜੀ। ਮੰਦਰ ਅੰਦਰ ਸੁੰਦਰ ਪਾਲਨਾ ਲਾਲਤ ਲਾਲ ਚੁਲਾਏ ਤਦਾ। ਕਹਿਣ ਲੱਗੇ ਫਿਰ ਮੰਦਰ ਦੇ ਵਿੱਚ, ਭਾਵ ਆਪਣੇ ਘਰ ਦੇ ਅੰਦਰ ਪੰਘੂੜਾ ਰੱਖਿਆ ਜੀ। ਪੰਘੂੜੇ ਦੇ ਉੱਤੇ ਛੇਵੇਂ ਪਾਤਸ਼ਾਹ ਨੂੰ ਪਾ ਕੇ ਨਾ ਜੀ,
ਤੇ ਝੂਟੇ ਦਿੰਦੇ ਰਹਿੰਦੇ ਆ ਤੇ ਕਿਸੇ ਦੇ ਹੱਥ ਨਹੀਂ ਫੜਾਉਂਦੇ ਹੁਣ ਜੀ। ਕਿਉਂ? ਦਾਈ ਨੇ ਬਹੁਤ ਮਾੜਾ ਕੀਤਾ ਨਾ ਜੀ। ਹਾਂਜੀ, ਨਾਰਨ ਬ੍ਰਿੰਦ ਮੈਂ ਨਾ ਕਬ ਲਿਆਵਤ। ਹੁਣ ਤੇ ਕਦੀ ਬੀਬੀਆਂ ਨੂੰ ਨਹੀਂ ਫੜਾਉਂਦੇ ਮਾਤਾ ਜੀ। ਹੈ ਵੀ ਲੈ ਤੂੰ ਖਿਡਾ ਲਾ, ਤੂੰ ਖਿਡਾ ਲਾ, ਇਸ ਤਰ੍ਹਾਂ ਨਹੀਂ। ਆਮ ਹੀ ਹੁੰਦਾ ਜੀ। ਇੱਕ ਬੀਬੀ ਜਦੋਂ ਉਹਨੇ ਕੋਈ ਕੰਮ ਕਾਰ ਕਰਨਾ ਦੂਜੀ ਨੂੰ ਆਪਣਾ ਪੁੱਤਰ ਧੀ ਫੜਾ ਦਿੰਦੀ ਹੈ, ਪਰ ਮਾਤਾ ਜੀ ਨਹੀਂ ਹੁਣ ਦਾ ਖਾਂਦੇ ਜੀ। ਮਾਤਾ ਜੀ ਨਹੀਂ ਕਿਸੇ ਨੂੰ ਦਿੰਦੇ ਜੀ। ਹਾਂਜੀ, ਤੇ ਨਾਰੰਦ ਬ੍ਰਿੰਦ ਮੈਂ ਕਬ ਨਾ ਲਿਆਵਤ। ਅੱਗੇ ਦੇਖਤ ਡੀਠ ਲਗੈ ਨਾ ਕਦਾ। ਤੇ ਉਹ ਮਾਂ ਹੈ ਨਾ, ਮਾਂ ਦਾ ਭਾਵ ਹੈ ਵੀ ਕਿਤੇ ਨਜ਼ਰ ਨਾ ਲੱਗ ਜਾਏ। ਗੱਜ ਕੇ ਆਖੋ। ਉਹ ਹੁਣ ਮਹਾਰਾਜ ਪਾਤਸ਼ਾਹਾਂ ਦੇ ਪਾਤਸ਼ਾਹ ਨੇ ਜੀ। ਹਾਂਜੀ, ਉਹਨਾਂ ਨੂੰ ਕਿੱਥੋਂ ਨਜ਼ਰ ਲੱਗਣੀ ਹੈ? ਪਰ ਮਾਤਾ ਜੀ ਦੇ ਮਨ ਦਾ ਭਾਵ ਹੈਗਾ ਮਾਤਾ ਗੰਗਾ ਜੀ ਦੇ ਜੀ। ਹਾਂਜੀ, ਟਾਮਨ ਕੋ ਕਰ ਜਾਏ ਨਹੀਂ। ਹਾਂਜੀ, ਰਖਵਾਰ ਰਹੋ ਗੁਰ ਰੂਪ ਸਦਾ। ਕਿਤੇ ਹੁਣ ਕੋਈ ਹੋਰ ਹੀ ਨਾ ਕੋਈ ਮਾੜਾ ਕੰਮ ਕਰ ਜੇ। ਇਹ ਤੇ ਗੁਰੂ ਨਾਨਕ ਸਾਹਿਬ ਨੇ ਮੇਰੇ ਪੁੱਤਰ ਨੂੰ ਬਚਾ ਲਿਆ। ਮਾਤਾ ਜੀ ਇਹੋ ਜਿਹੀਆਂ ਗੱਲਾਂ ਸੋਚਦੇ, ਬੜੇ ਧਿਆਨ ਨਾਲ ਗੰਗਾ ਜੀ, ਮਾਤਾ ਗੰਗਾ ਜੀ 6ਵੇਂ ਪਾਤਸ਼ਾਹ ਦਾ ਧਿਆਨ ਰੱਖਦੇ, ਸੁਚੇਤ ਹੋ ਕੇ ਧਿਆਨ ਰੱਖਦੇ ਜੀ। ਹਾਂਜੀ, ਤਾਂ ਤੇ ਕਰੇ ਜਲ ਮੱਜਨ ਕੋ। ਮੁਖ ਚਾਰ ਪਰ ਰਾਖਤ ਲਾਲਤ ਹੈ। ਕਹਿਣ ਲੱਗੇ ਬੜੇ ਪਿਆਰ ਨਾਲ ਨਾ ਜੀ ਇਹ ਪਾਣੀ ਕੋਸਾ ਕਰਕੇ ਮਾਤਾ ਜੀ 6ਵੇਂ ਪਾਤਸ਼ਾਹ ਦਾ ਮੁਖੜਾ ਧਵਾਉਂਦੇ ਆ ਜੀ। ਪਹਿਲਾਂ ਪਰਾਤ 'ਚ ਰੱਖ ਕੇ ਇਸ਼ਨਾਨ ਕਰਾਉਂਦੇ ਸੀਗੇ। ਜਦੋਂ ਸਰੀਰ ਬਹੁਤ ਛੋਟਾ ਸੀ ਨਾ ਜੀ, ਤੇ 6ਵੇਂ ਪਾਤਸ਼ਾਹ ਨੂੰ ਪਰਾਤ 'ਚ ਰੱਖ ਕੇ ਇਸ਼ਨਾਨ ਕਰਾਉਂਦੇ ਹੁੰਦੇ ਸੀਗੇ ਜੀ। ਹਾਂਜੀ, ਪਹੁੰਚਤ ਸੂਖਮ ਚੀਰ ਗਹੇ। ਪਟ ਸੁੰਦਰ ਫਿਰ ਉਡਾਲਤ ਹੈ। ਫਿਰ ਬੜੇ ਪੋਲੇ ਕੱਪੜੇ ਨਾਲ ਜੀ, ਸੌਫਟ ਕੱਪੜੇ ਨਾਲ 6ਵੇਂ ਪਾਤਸ਼ਾਹ ਦਾ ਮੁਖੜਾ ਪੂੰਝਣਾ ਜੀ ਮਾਤਾ ਜੀ ਨੇ ਜੀ। ਸੋਹਣੇ ਸੋਹਣੇ ਕੱਪੜੇ ਪਾਉਣੇ ਜੀ, ਰੋਜ਼ ਬਿਨਣਾ ਗਾ। ਹਾਂਜੀ, ਮਾਗ ਨਖਾ ਮਾਰ ਕੰਚਨ ਤੇ। ਮਖ ਤੂਲ ਗਏ ਮਹਿ ਡਾਲਤ ਹੈ। ਕਹਿਣ ਲੱਗੇ ਬੜਾ ਆਪਣੇ ਵੱਲੋਂ ਮਾਤਾ ਜੀ ਨੇ ਚਾਅ ਦੇ ਨਾਲ, ਧਿਆਨ ਨਾਲ ਰੇਸ਼ਮੀ ਕੱਪੜੇ ਪਾਉਣੇ ਆ। ਫਿਰ ਨਹੁੰਆਂ ਦਾ ਹਰ ਗੱਲ ਦਾ ਧਿਆਨ ਰੱਖਣਾ ਮਾਤਾ ਜੀ ਨੇ ਜੀ। ਠੰਡ ਦੇ ਬਸਤਰ, ਗਰਮੀ ਦੇ ਬਸਤਰ। ਹਾਂਜੀ, ਯੋ ਦਿਨ ਕੇਤਿਕ ਬੀਤ ਗਏ। ਸੁਤ ਪ੍ਰੇਮ ਕਰੇ ਪ੍ਰਤ ਪਾਲਤ ਹੈ। ਹੁਣ ਮਾਤਾ ਜੀ ਐਸੇ ਡਰੇ ਨੇ ਦਾਈ ਵਾਲੀ ਗੱਲ ਤੋਂ। ਮਾਤਾ ਜੀ ਬਿਲਕੁਲ ਹੀ ਵਸਾ ਨਹੀਂ ਖਾਂਦੇ ਜੀ, ਬਿਲਕੁਲ ਵਸਾ ਨਹੀਂ ਖਾਂਦੇ। ਜਿੱਥੇ ਸੁਚੇਤਤਾ ਵਧੀ ਨਾ ਜੀ ਸੇਵਾ ਵਿੱਚ, ਉਹਦੇ ਨਾਲ ਨਾਲ ਮਾਤਾ ਗੰਗਾ ਜੀ ਦਾ ਪਿਆਰ ਵੀ ਵੱਧ ਗਿਆ ਜੀ। ਪਿਆਰ ਵੱਧ ਗਿਆ। ਕਹਿੰਦੇ ਯੋ ਦਿਨ ਕੇਤਿਕ ਬੀਤ ਗਏ। ਸੁਤ ਪ੍ਰੇਮ ਕਰੇ ਪ੍ਰਤ ਪਾਲਤ ਹੈ। ਬਹੁਤਾ ਹੀ ਪ੍ਰੇਮ ਕਰਕੇ 6ਵੇਂ ਪਾਤਸ਼ਾਹ ਦੀ ਪਾਲਣਾ ਕਰਦੇ ਆ। ਹਾਂਜੀ, ਸ੍ਰੀ ਹਰਿ ਗੋਬਿੰਦ ਸੁੰਦਰ ਰੂਪ। ਅਨੂਪਮ ਬੈਠਨੇ ਲਾਗਤ ਬੈ। ਕਹਿਣ ਲੱਗੇ 6ਵੇਂ ਪਾਤਸ਼ਾਹ ਵੀ ਬੜੇ ਸੋਹਣੇ ਹੋਈ ਜਾਂਦੇ ਦਿਨੋਂ ਦਿਨ। ਗੱਜ ਕੇ ਆਖੋ। ਸ੍ਰੀ ਹਰਿ ਗੋਬਿੰਦ ਸੁੰਦਰ ਰੂਪ। ਕੈਸਾ ਰੂਪ ਹੈ? ਅਨੂਪਮ। ਕਹਿੰਦੇ ਹੈ ਤੁਲਨਾ ਹੀ ਨਹੀਂ ਦਿੱਤੀ ਜਾ ਸਕਦੀ। ਬੈਠਨੇ ਲਾਗੇ ਤਬੈ। ਫਿਰ ਮਹਾਰਾਜ ਸਹਿਜੇ ਸਹਿਜੇ ਬਹਿਣ ਲੱਗ ਪਏ ਜੀ। ਪਹਿਲਾਂ ਸਰੀਰ ਕਰਕੇ ਬੈਠਾ ਨਹੀਂ ਨਾ ਜਾਂਦਾ ਜੀ, ਹੌਲੀ ਹੌਲੀ ਬੈਠਣ ਲੱਗ ਪਏ। ਸੋਚ ਬਿਮੋਚਤ ਲੋਚਨ ਤੇ ਅਵਲੋਕਤ ਤੇਜ ਸਮੇਤ ਜਬੈ। ਕਹਿਣ ਲੱਗੇ ਮਾਤਾ ਜੀ ਰੋਜ਼ ਤੇਜ ਪ੍ਰਤਾਪ ਵੇਖਦੇ ਆ, ਤੇਜ ਪ੍ਰਤਾਪ ਵੇਖਦੇ। ਦਿਨੋਂ ਦਿਨ ਜਿਉਂ ਜਿਉਂ ਸਰੀਰ ਵੱਧ ਰਿਹਾ ਨਾ, ਤਿਉਂ ਤਿਉਂ ਤੇਜ ਪ੍ਰਤਾਪ ਵੱਧ ਰਿਹਾ ਜੀ। ਬਹੁਤ ਘੱਟ ਸਰੀਰਾਂ ਨਾਲ ਐਸਾ ਹੁੰਦਾ ਜੀ। ਹਾਂਜੀ, ਲੇਤ ਉਛੰਗ ਪਿਤਾ ਗੁਰ ਪੂਰਨ। ਸੰਗਤ ਪੰਗਤ ਦੇਖ ਸਬੈ। ਹੁਣ ਜਾਂ ਤੇ ਚੁੱਕਦੇ ਮਾਤਾ ਗੰਗਾ ਜੀ, ਤੇ ਜਦੋਂ 6ਵੇਂ ਪਾਤਸ਼ਾਹ ਬੈਠਣ ਲੱਗ ਪਏ ਨਾ ਜੀ, ਤੇ ਗੁਰੂ ਅਰਜਨ ਸਾਹਿਬ ਮਹਾਰਾਜ ਘਰ ਆਉਂਦੇ ਤੇ ਮਹਾਰਾਜ ਆਪਣੀ ਗੋਦ 'ਚ ਚੌਂਕੜਾ ਮਾਰ ਕੇ ਬਿਠਾਉਂਦੇ ਜੀ ਉਹਨਾਂ ਨੂੰ ਜੀ। ਇੱਥੇ ਬਿਠਾਉਣਾ ਜੀ ਅੱਗੇ। ਤੇ ਸੰਗਤ ਨੇ ਜਦੋਂ ਦੋ ਗੁਰੂਆਂ ਦੇ ਇਕੱਠੇ ਹੀ ਦਰਸ਼ਨ ਕਰਨੇ ਜੀ। ਹਾਂਜੀ, ਦਰਸ਼ਨ ਕਰਨ ਵਾਲੇ ਭਾਗਾਂ ਵਾਲੇ ਹੋਣਗੇ। ਆਖੋ ਵਾਹਿਗੁਰੂ। ਭਾਗਾਂ ਵਾਲੇ ਹੋਣਗੇ ਜੀ। ਇੱਕ ਬੰਨੇ ਗੁਰੂ ਅਰਜਨ ਸਾਹਿਬ ਤੇ ਗੋਦ 'ਚ 6ਵੇਂ ਪਾਤਸ਼ਾਹ ਜੀ। ਮਹਾਰਾਜ ਨੇ ਇਸ ਤਰ੍ਹਾਂ ਅੱਗੇ ਬਿਠਾ ਲੈਣਾ ਜੀ ਉਹਨਾਂ ਨੂੰ। 6ਵੇਂ ਪਾਤਸ਼ਾਹ ਨੇ ਚਰਨ ਹੇਠਾਂ ਨੂੰ ਲਮਕਾ ਲੈਣੇ ਤੇ ਪਿਤਾ ਜੀ ਦੀ ਗੋਦ 'ਚ ਬੈਠ ਜਾਣਾ। ਸੰਗਤ ਵੇਖ ਵੇਖ ਬੜੀ ਪ੍ਰਸੰਨ ਹੋਇਆ ਕਰੇ ਜੀ। ਹਾਂਜੀ,
ਜੋ ਅਜ ਨੰਦਨ ਕੈ ਰਘੁ ਨੰਦਨ ਬਾਲਕ ਬੈਸ ਮੈਂ ਬੈਠ ਫਬੈ। ਸ਼੍ਰੀ ਰਾਮਚੰਦਰ ਜੀ ਦੀ ਬਚਪਨ ਦੀ ਸੁੰਦਰਤਾ ਦਾ ਬੜਾ ਬਿਆਨ ਕੀਤਾ ਗਿਆ ਗ੍ਰੰਥਾਂ ਵਿੱਚ। ਸ਼੍ਰੀ ਰਾਮਚੰਦਰ ਜੀ ਬਚਪਨ 'ਚ ਬਹੁਤ ਸੁੰਦਰ ਸਨ ਜੀ। ਕਹਿੰਦੇ ਜਿਵੇਂ ਸ਼੍ਰੀ ਰਾਮਚੰਦਰ ਜੀ ਦਸ਼ਰਥ ਜੀ ਦੀ ਗੋਦ 'ਚ ਨਹੀਂ ਸੀ ਬੈਠਦੇ ਜੀ ਤੇ ਫੱਬਦੇ ਸੀਗੇ, ਉਵੇਂ ਛੇਵੇਂ ਪਾਤਸ਼ਾਹ ਬੈਠੇ ਫੱਬ ਰਹੇ ਨੇ ਜੀ। ਹਾਂਜੀ। ਅੰਗਣ ਮੈਰਗ ਮਾਨ ਪਏ ਪੁਨ ਦੇਖ ਪਾਲੇ ਲਕਾਵਤ ਹੈ। ਹੁਣ ਫਿਰ ਕੀ ਹੋਇਆ ਜੀ? ਹੌਲੀ ਹੌਲੀ ਛੇਵੇਂ ਪਾਤਸ਼ਾਹ ਮਹਾਰਾਜ ਦੇ ਗੋਡਿਆਂ ਵਿੱਚ ਫੁਰਤੀ ਆਈ ਜੀ। ਗੋਡਿਆਂ 'ਚ ਫੁਰਤੀ ਆਈ। ਜਿਵੇਂ ਬਾਲਕ ਰਿੜਨ ਲੱਗਦੇ ਆ ਨਾ, ਛੇਵੇਂ ਪਾਤਸ਼ਾਹ ਵਿਹੜੇ 'ਚ ਰਿੜਨ ਲੱਗ ਪਏ ਨੇ ਜੀ। ਮਾਤਾ ਜੀ ਲਾਗੇ ਨਾਲ ਨਾਲ ਹੀ ਤੁਰੇ ਫਿਰਦੇ ਜੀ, ਨਾਲ ਨਾਲ ਹੀ ਤੁਰੇ ਫਿਰਦੇ ਜੀ। ਹਾਂਜੀ। ਕਹਿੰਦੇ ਆ ਪੁਨ ਦੇਖ ਭਲੇ ਕਿਲਕਾਵਤ ਹੈ। ਬੱਚਾ ਕਿਲਕਾਰੀ ਵੀ ਮਾਰਦਾ ਨਾ ਜੀ, ਛੇਵੇਂ ਪਾਤਸ਼ਾਹ ਵੀ ਕਿਲਕਾਰੀਆਂ ਮਾਰਦੇ ਜੀ। ਹਾਂਜੀ। ਜੇ ਘਰ ਬੀਚ ਗਲੀਚਨ ਪੈ ਇਤ ਆਵਤ ਫਿਰ ਸੋ ਜਾਵਤ ਹੈ। ਕਹਿਣ ਲੱਗੇ ਘਰ 'ਚ ਗਲੀਚੇ ਵਿਛੇ ਹੋਏ ਨੇ, ਮਹਾਰਾਜ ਕਦੀ ਇਸ ਪਾਸੇ ਕਦੀ ਇਸ ਪਾਸੇ, ਇਸ ਪਾਸੇ ਕਦੀ ਇਸ ਪਾਸੇ, ਬੜੇ ਹੀ ਫੱਬਦੇ ਨੇ ਮਹਾਰਾਜ, ਬਾਲ ਲੀਲਾ ਕਰਦੇ ਜੀ। ਹਾਂਜੀ। ਬੈਠਤ ਹੈ ਵਿੱਚ ਸੰਗਨ ਕੇ ਗਨ ਦਾਸ ਤਬੈ ਬਤਰਾਵਤ ਹੈ। ਬੈਠਤ ਹੈ ਵਿੱਚ ਸੰਗਤ ਕੇ। ਤੇ ਫਿਰ ਕਈ ਵਾਰੀ ਤੇ ਮਹਾਰਾਜ ਜਿੱਥੇ ਗੁਰੂ ਅਰਜਨ ਸਾਹਿਬ ਬੈਠੇ ਹੁੰਦੇ ਸੀ ਨਾ ਜੀ, ਕੱਜ ਕੇ ਆਖੋ, ਗੱਦੀ ਤੇ ਬੈਠੇ ਹੋਣਾ, ਘਰ ਵਿੱਚ ਵੀ ਜਦੋਂ ਆ ਕੇ ਬਹਿਣਾ, ਪ੍ਰੇਮੀਆਂ ਨੇ ਲਾਗੇ ਬੈਠੇ ਹੋਣਾ ਤੇ ਛੇਵੇਂ ਪਾਤਸ਼ਾਹ ਰਿੜਦੇ ਰਿੜਦੇ ਕਮਰੇ ਵਿੱਚੋਂ ਆ ਕੇ ਤੇ ਸੰਗਤ ਦੇ ਵਿੱਚ ਬਹਿ ਜਾਣਾ ਜੀ। ਆ ਕੇ ਜੀ ਸੰਗਤ ਵਿੱਚ ਬਹਿ ਜਾਣਾ ਜੀ। ਤੇ ਗਨ ਦਾਸ ਤਬੈ ਬਰ ਬਤਰਾਵਤ ਹੈ। ਉਹ ਸੇਵਕ ਦੱਸਦੇ ਮਹਾਰਾਜ ਸਾਹਿਬਜ਼ਾਦਾ ਜੀ ਆ ਕੇ ਬਹਿ ਗਏ ਸਾਡੇ ਵਿੱਚ। ਹਾਂਜੀ। ਭਾਵਤ ਹੈ ਮੁਸਕਾਵਤ ਹਾਂ ਹੈ। ਮਹਾਰਾਜ ਸੋਹਣੇ ਬੜੇ ਲੱਗਦੇ ਆ ਜੀ। ਕਦੋਂ? ਸਦਾ ਹੀ ਸੋਹਣੇ ਲੱਗਦੇ ਆ, ਪਰ ਜਦੋਂ ਮੁਸਕਰਾਉਂਦੇ ਆ ਨਾ, ਮੁਸਕਰਾਉਂਦੇ ਆ ਸੰਗਤ 'ਚ ਬੈਠ ਕੇ, ਮੁਸਕਰਾਉਂਦੇ ਆ ਕਥਾ ਕੀਰਤਨ ਵਿੱਚ, ਮੁਸਕਰਾਉਂਦੇ ਆ, ਬੜੇ ਹੀ ਚੰਗੇ ਲੱਗਦੇ ਆ। ਹਾਂਜੀ। ਚਪ ਲਾਵਤ ਹੈ ਸੁਹਸਾਵਤ ਹੈ। ਹਾਂ ਕਹਿੰਦੇ ਚੰਗੇ ਲੱਗਦੇ ਆ। ਤੇ ਕੁਝ ਮਹਾਰਾਜ ਸਰੀਰ ਦੇ ਰੰਗ ਢੰਗ ਇਸ ਤਰ੍ਹਾਂ ਦੇ ਬਣਾ ਲੈਂਦੇ ਆ, ਜਿੰਨੀ ਸੰਗਤ ਬੈਠੀ ਹੁੰਦੀ ਸਾਰੀ ਖੁਸ਼ ਹੋਣ ਲੱਗ ਪੈਂਦੀ ਹੈ ਜੀ। ਬੜੀਆਂ ਪੋਲੀਆਂ ਪੋਲੀਆਂ ਗੱਲਾਂ ਕਰਦੇ ਆ ਜੀ। ਤੁਸੀਂ ਅੰਦਾਜ਼ਾ ਲਾਓ, ਉਸ ਮਾਹੌਲ 'ਚ ਜਾਓ। ਗੁਰੂ ਅਰਜਨ ਸਾਹਿਬ ਤਖਤ ਤੇ ਬੈਠੇ ਆ, ਬੱਚਾ ਛੋਟਾ ਹੋਵੇ, ਬਹਿਣ ਯੋਗ ਹੋ ਜਾਵੇ, ਉਹਨੂੰ ਬਾਪੂ ਆਪਣੇ ਦੀ ਪਛਾਣ ਹੋਣ ਲੱਗ ਪੈਂਦੀ ਜੀ, ਪਿਤਾ ਦੀ ਪਛਾਣ ਹੋਣ ਲੱਗ ਪੈਂਦੀ ਜੀ। ਹਾਂਜੀ। ਆਮ ਬਾਲਕ ਕੀ ਕਰਦੇ ਜੀ? ਜਦੋਂ ਪਿਤਾ ਆਵੇ ਹੱਥ ਮਾਰਦੇ ਵੀ ਮੈਨੂੰ ਚੁੱਕੋ ਜੀ। ਹਾਂਜੀ। ਛੇਵੇਂ ਪਾਤਸ਼ਾਹ ਸੰਗਤ 'ਚ ਆ ਕੇ ਬੈਠ ਕੇ ਇਹੋ ਜਿਹੇ ਕੌਤਕ ਕਰਦੇ, ਸੰਗਤ ਸਾਰੀ ਖੁਸ਼ ਹੋਣ ਲੱਗ ਪੈਂਦੀ ਜੀ। ਹਾਂਜੀ। ਜੁਗ ਜੰਤ ਸਬੰਤ ਮਹਾਦੁਤਵੰਤ ਹੈ। ਹਾਂਜੀ। ਔਸ਼ਤ ਲਾਲ ਵਿਸਾਲ ਸੁਹਾਏ। ਹੁਣ ਕੌਣ ਕਵੀ ਸੰਤੋਖ ਸਿੰਘ ਜੀ ਦਾ ਮੁਕਾਬਲਾ ਕਰੇਗਾ ਜੀ? ਕਵੀ ਸੰਤੋਖ ਸਿੰਘ ਦੱਸਦੇ, ਕਹਿੰਦੇ ਜਿੱਥੇ ਰਿੜਦੇ ਐ, ਕਿਲਕਾਰੀਆਂ ਮਾਰਦੇ ਐ, ਬਹਿਣ ਲੱਗ ਪਏ ਐ, ਉੱਥੇ ਦੋ ਦੰਦ ਵੀ ਆ ਗਏ ਐ। ਕਹਿਣ ਲੱਗੇ ਜਿਹਨੂੰ ਆਪਾਂ ਕਹਿੰਦੇ ਨਾ ਦੰਦੀਆਂ ਨਿਕਲ ਰਹੀਆਂ ਨੇ। ਹਾਂਜੀ। ਕਹਿੰਦੇ ਉਹ ਵੀ ਜੁਗ ਦੰਦ ਸੁਬੰਤ ਮਹਾਦੁਤਵੰਤ ਹੈ। ਦੋ ਦੰਦ ਜਿਹੜੇ ਬਾਹਰ ਨਿਕਲੇ ਉਹ ਵੀ ਬੜੇ ਸੋਹਣੇ ਲੱਗਦੇ ਐ। ਔਸ਼ਟ ਲਾਲ ਵਿਸਾਲ ਸੁਹਾਏ। ਤੇ ਐ ਬੁੱਲੀਆਂ ਲਾਲ ਲਾਲ ਬਹੁਤ ਹੀ ਫੱਬਦੀਆਂ ਨੇ ਛੇਵੇਂ ਪਾਤਸ਼ਾਹ ਜੀ ਦੀਆਂ। ਹਾਂਜੀ। ਮੁਕਤਾ ਬਿਬ ਸੰਪਟ ਬਿਰਦਮ ਕੇ। ਹਾਂਜੀ। ਬਿਰਦ ਸੁੰਦਰ ਕੇ ਜਨ ਬੀਚ ਟਿਕਾਏ। ਕਹਿਣ ਲੱਗੇ ਜਿਹੜੀਆਂ ਦੋ ਦੰਦੀਆਂ ਬਾਹਰ ਆਈਆਂ ਨੇ ਨਾ, ਉਹ ਇੰਜ ਲੱਗਦਾ ਹੈ ਜਿਵੇਂ ਡੱਬੇ ਵਿੱਚ ਦੋ ਮੋਤੀ ਪਏ ਹੁੰਦੇ ਆ ਜੀ। ਰੱਬ ਨੇ ਪੂਰੀ ਰੀਝ ਨਾਲ ਛੇਵੇਂ ਪਾਤਸ਼ਾਹ ਦਾ ਸਰੀਰ ਬਣਾਇਆ ਜੀ, ਪਰਮੇਸ਼ਰ ਨੇ ਜੀ। ਹਾਂਜੀ। ਮੁਸਕਾਵਤ ਤੇ ਦਿਖਰਾਵਤ ਹੈ। ਫਿਰ ਖੁਸ਼, ਜਦੋਂ ਖੁਸ਼ ਹੁੰਦੇ ਆ ਨਾ, ਉਦੋਂ ਫਿਰ ਉਹ ਦੰਦ ਕੱਢ ਕੇ ਵਿਖਾਉਂਦੇ ਆ ਸਾਰੇ ਉਹਨਾਂ ਦੇ। ਉਹ ਜਿਹੜੇ ਦੋ ਦੰਦੀਆਂ ਨੇ ਉਹ ਫਿਰ ਕੱਢ ਕੱਢ ਵਿਖਾਉਂਦੇ। ਆਪਾਂ ਬੱਚਿਆਂ ਨੂੰ ਕਹਿੰਦੇ ਦੰਦੀਆਂ ਕੱਢ ਕੇ ਵਿਖਾ ਰਿਹਾ, ਉਹ ਮਹਾਰਾਜ ਜਦੋਂ ਵਿਖਾਉਂਦੇ ਆ ਬੜੇ ਹੀ ਫੱਬਦੇ ਛੇਵੇਂ ਪਾਤਸ਼ਾਹ। ਹਾਂਜੀ। ਜਨ ਅੰਮ੍ਰਿਤ ਬੀਚ ਭਿਗੋਏ ਬਣਾਏ। ਗੱਜ ਕੇ ਆਖੋ। ਕਹਿੰਦੇ ਮਾਨੋ ਅੰਮ੍ਰਿਤ ਵਿੱਚ ਭਿਉਂ ਕੇ ਹੀ ਉਹ ਬਣਾਏ ਹੋਣ ਜੀ। ਇੰਨੇ ਫੱਬਣ ਮਹਾਰਾਜ ਛੇਵੇਂ ਪਾਤਸ਼ਾਹ। ਹਾਂਜੀ। ਕਬ ਔਰ ਬਣਾਏ ਕਹੈ ਉਪਮਾ।
ਜਨ ਕੀਰਤ ਤੇ ਜੁਗ ਬੀਚ ਦਿਖਾਏ। ਕਵੀ ਸੰਤੋਖ ਸਿੰਘ ਜੀ ਕਹਿੰਦੇ ਮੈਂ ਤੁਹਾਨੂੰ ਕੀ ਕੀ ਉਪਮਾ ਦੱਸਾਂ ਮਹਾਰਾਜ ਦੇ ਦੰਦਾਂ ਦੀ, ਮਹਾਰਾਜ ਦੇ ਹੋਠਾਂ ਦੀ, ਮਹਾਰਾਜ ਦੇ ਗੋਡਿਆਂ ਦੀ, ਮਹਾਰਾਜ ਦੀਆਂ ਬਾਹਾਂ ਦੀ, ਮਹਾਰਾਜ ਦੇ ਨੇਤਰਾਂ ਦੀ ਕੀ ਕੀ ਉਪਮਾ ਬਣਾ ਕੇ ਦੱਸਾਂ। ਕਹਿੰਦੇ ਦੰਦ ਹੀ ਮਾਨੋ ਇਉਂ ਹੈ ਜਿਵੇਂ ਕੀਰਤੀ ਰੂਪੀ ਬੂਟੇ ਦੇ ਦੋ ਬੀਜ ਹੋਣ। ਕਹਿਣ ਲੱਗੇ ਇਸ ਤਰ੍ਹਾਂ ਦੋ ਦੰਦ ਬਾਹਰ ਆਏ ਹੈ। ਹਾਂਜੀ। ਅੰਗਣ ਬੀਚ ਫਿਰੈ ਗੁਡਲੀ ਬਹੁ ਭਾਂਤਨ ਤੇ ਕਰ ਬਾਲਕ ਲੀਲਾ। ਅੰਗਣ ਵਿੱਚ ਭਾਵ ਵਿਹੜੇ ਵਿੱਚ ਤੁਰੇ ਫਿਰਦੇ ਆ, ਬਾਲਕਾਂ ਵਾਂਗੂ ਲੀਲਾ ਕਰ ਰਹੇ ਨੇ। ਹਾਂਜੀ। ਖੈਂਚਤ ਪਾਵਨ ਪਾਵਨ ਪੰਕਜ ਨੂਪਰ ਕੋ ਰੁਣਕਾਏ ਛਬੀਲਾ। ਤੇ ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਕੀ ਕਰਦੇ ਆ, ਚਰਨ ਕਮਲਾਂ ਨੂੰ ਖਿੱਚ ਖਿੱਚ ਕੇ ਜਦੋਂ ਹਿਲਾਉਂਦੇ ਆ ਨਾ, ਤੇ ਚਰਨਾਂ ਵਿੱਚ ਜਿਹੜੇ ਕੜੇ ਝਾਂਜਰਾਂ ਬੱਚਿਆਂ ਦੇ ਪਾਉਂਦੇ ਆ, ਉਹ ਵੀ ਆਵਾਜ਼ ਆਉਂਦੀ ਹੈ ਜੀ। ਹਾਂਜੀ। ਦੁਐ ਕਰ ਬੰਦ ਕਰ ਅਬ ਬੰਧਨ ਦੋਖ ਨਿਕੰਦਨ ਰੂਪ ਗਹੀਲਾ। ਕਵੀ ਸੰਤੋਖ ਸਿੰਘ ਕਹਿੰਦੇ ਲੋਕ ਤੇ ਝਾਂਜਰਾਂ ਦੀਆਂ ਆਵਾਜ਼ਾਂ ਸੁਣ ਕੇ ਮੋਹਿਤ ਹੁੰਦੇ ਹੋਣਗੇ। ਮੈਨੂੰ ਪੁੱਛ ਕੇ ਵੇਖੋ, ਉਹ ਚਰਨ ਚਰਨ ਨਹੀਂ ਹੈਗੇ, ਉਹ ਚਰਨ ਮੁਕਤੀ ਦੇ ਦਰਵਾਜ਼ੇ ਨੇ। ਕਹਿਣ ਲੱਗੇ ਜਿਸ ਦੇ ਹਿਰਦੇ 'ਚ ਵਸ ਜਾਣ ਉਹਨੂੰ ਮੁਕਤ ਕਰ ਦੇਣ। ਕਹਿਣ ਲੱਗੇ ਹਾਂਜੀ। ਪਾਏ ਸੁਚਾਰ ਪਦਾਰਥ ਸੇਵਕ ਦੇ ਗੁਰਦੇਵ ਅਤੇਵ ਸੁਸ਼ੀਲਾ। ਕਹਿਣ ਲੱਗੇ ਸੱਚ ਤੇ ਹੈ, ਲੋਕ ਕਹਿੰਦੇ ਆ ਚਰਨਾਂ 'ਚ ਝਾਂਜਰਾਂ ਪਈਆਂ ਛੜਕਾਰ ਕਰਦੀਆਂ ਨੇ। ਕਹਿੰਦੇ ਮੈਨੂੰ ਪੁੱਛ ਕੇ ਵੇਖੋ, ਜਿਹੜਾ ਉਹਨਾਂ ਚਰਨਾਂ ਦੇ ਨਾਲ ਜੁੜ ਜਾਵੇ ਉਹਨੂੰ ਚਾਰੇ ਪਦਾਰਥ ਮਿਲ ਜਾਂਦੇ ਨੇ। ਧਰਮ ਅਰਥ ਕਾਮ ਮੋਕਸ਼, ਇਹ ਸਭ ਕੁਝ ਉਹਨੂੰ ਮਿਲਦਾ। ਕਹਿਣ ਲੱਗੇ ਹਾਂਜੀ। ਮਾਨਖ ਰੂਪ ਧਰਿਓ ਜਗ ਮੈਂ। ਕਿਉਂ? ਕਹਿੰਦੇ ਖੁਦ ਪਰਮੇਸ਼ਰ ਨੇ ਮਨੁੱਖ ਵਾਲਾ ਰੂਪ ਧਾਰਨ ਕੀਤਾ। ਛੇਵੇਂ ਪਾਤਸ਼ਾਹ ਦਾ ਆਖੋ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਹਾਂਜੀ। ਜਿਨ ਭੂਮ ਕੋ ਭਾਰ ਉਤਾਰਨ ਕੋ। ਕਿਉਂ? ਧਰਤੀ ਤੇ ਦੁਸ਼ਟਾਂ ਦਾ ਭਾਰ ਵਧਿਆ, ਉਹ ਲਾਉਣ ਵਾਸਤੇ ਰੱਬ ਆਪ ਧਰਤੀ ਤੇ ਆਇਆ। ਹਾਂਜੀ। ਆਯੁਧ ਧਾਰ ਮਹਾਬਲ ਸੋ। ਕਹਿੰਦੇ ਅੱਗੇ ਅੱਗੇ ਜਾ ਕੇ ਤੁਸੀਂ ਸੁਣੋਗੇ ਕਿਵੇਂ ਮਹਾਰਾਜ ਨੇ ਸ਼ਸਤਰ ਧਾਰਨ ਕਰਨੇ ਆ, ਕਿਵੇਂ ਵੱਡੇ ਬਲ ਨਾਲ ਤੁਰਕਾਨ ਕੋ ਤੇਜ ਨਿਵਾਰਨ ਕੋ। ਤੁਰਕਾਂ ਦਾ ਤੇਜ ਹੀ ਨਾਸ ਕਰ ਦੇਣਾ। ਕਹਿਣ ਲੱਗੇ ਇਹਨਾਂ ਨੇ ਹਾਂਜੀ। ਸੇਵਕ ਸੰਤਨ ਕੋ ਸੁਖ ਦੇ। ਕਹਿਣ ਲੱਗੇ ਪਰ ਇਹ ਸਾਰਾ ਕੰਮ ਕਰਦਿਆਂ ਆਪਣੇ ਸੇਵਕਾਂ ਨੂੰ ਵੀ ਪੂਰਾ ਸੁੱਖ ਦੇਣਗੇ ਜੀ। ਆਖੋ ਵਾਹਿਗੁਰੂ। ਸੇਵਕਾਂ ਦੇ ਸੁੱਖ ਦੀ ਗੱਲ ਸੁਣ ਲਓ। ਮਹਾਰਾਜ ਛੇਵੇਂ ਪਾਤਸ਼ਾਹ ਭਾਈ ਕੀ ਡਰੌਲੀ ਲੰਮੇ ਪਏ ਆ ਜੀ। ਬੀਬੀ ਰਾਮੋ ਜੀ ਨਾ ਪੱਖਾ ਝੱਲਣ ਦੇ ਆ, ਸਾਈਂ ਦਾਸ ਜੀ ਚਰਨ ਘੁੱਟ ਰਹੇ ਨੇ। ਅਚਾਨਕ ਹੀ ਛੇਵੇਂ ਪਾਤਸ਼ਾਹ ਦੇ ਕੇਸਾਂ ਚੋਂ ਜਲ ਨਿਕਲਣ ਲੱਗ ਪਿਆ ਜੀ। ਬੀਬੀ ਰਾਮੋ ਜੀ ਨੇ ਸੋਚਿਆ ਵੀ ਪਸੀਨਾ ਹੈ, ਗਰਮੀ ਹੈ, ਉਹਨੇ ਹੋਰ ਤੇਜ਼ ਪੱਖਾ ਝੱਲਿਆ। ਸਾਈਂ ਦਾਸ ਚਰਨ ਘੁੱਟ ਰਹੇ ਸਨ। ਸਾਈਂ ਦਾਸ ਰਿਸ਼ਤੇਦਾਰੀ 'ਚ ਸਾਂਢੂ ਸਨ, ਪਰ ਅਵਸਥਾ 'ਚ ਬਹੁਤ ਵੱਡੇ ਸਨ। ਚਰਨ ਘੁੱਟਦਿਆਂ ਕਹਿਣ ਲੱਗੇ ਰਾਮੋ ਕਿਹੜੀਆਂ ਸੋਚਾਂ 'ਚ ਪਈ ਹੈ? ਤੈਨੂੰ ਕੀ ਲੱਗਦਾ ਹੈ ਇਹ ਕੇਸਾਂ 'ਚੋਂ ਜਲ ਕੋਈ ਗਰਮੀ ਵਾਲਾ ਹੈ? ਕਹਿੰਦੇ ਨਹੀਂ, ਸਾਨੂੰ ਵਿਖਾਉਣ ਵਾਸਤੇ ਇੱਥੇ ਲੰਮੇ ਪਏ ਨੇ। ਸਿੱਖ ਦਾ ਬੇੜਾ ਡੁੱਬਿਆ ਪਿਆ ਹੈ, ਉਹਦੇ ਬੇੜੇ ਨੂੰ ਮੋਢਾ ਦੇ ਕੇ ਬੇੜਾ ਪਾਰ ਕਰ ਰਹੇ ਨੇ। ਕਹਿਣ ਲੱਗੇ ਸਾਨੂੰ ਕੀ ਪਤਾ ਹੈ ਸਾਧ ਸੰਗਤ ਦੀ ਕਿਹੜੀ ਖੇਡ ਕਿਵੇਂ ਹੈ। ਕਵੀ ਜੀ ਕਹਿੰਦੇ ਐ ਠੀਕ ਹੈ ਇਹਨਾਂ ਦੁਸ਼ਟਾਂ ਦਾ ਨਾਸ ਕਰਨਾ, ਪਰ ਸੇਵਕਾਂ ਨੂੰ ਸੁੱਖ ਵੀ ਬੜਾ ਦੇਣਾ ਹੈ। ਹਾਂਜੀ। ਔਰ ਗਿਆਨ ਕੀ ਸੀਖ ਸਿਖਾਰਨ ਕੋ। ਹਿਰਦੇ 'ਚ ਗਿਆਨ ਵੀ ਦੇਣਗੇ ਉਹਨਾਂ ਨੂੰ। ਬ੍ਰਹਮ ਗਿਆਨੀ ਵੀ ਬਣਾਇਆ ਛੇਵੇਂ ਪਾਤਸ਼ਾਹ ਨੇ ਸਿੱਖਾਂ ਨੂੰ। ਹਾਂਜੀ। ਬਾਲਕ ਬੈ ਅਬ ਕ੍ਰੀੜਤ ਹੈ। ਅਜੇ ਤੇ ਬਾਲਕਾਂ ਦੇ ਵਾਂਗੂ ਕ੍ਰੀੜਾ ਕਰ ਰਹੇ, ਖੇਡਾਂ ਕਰ ਰਹੇ ਨੇ। ਕਰ ਕੂਰ ਜਰਾ ਸੋ ਉਖਾਰਨ ਕੋ। ਕਹਿਣ ਲੱਗੇ ਆਉਣ ਵਾਲੇ ਸਮੇਂ 'ਚ ਪਤਾ ਲੱਗੇਗਾ। ਵੈਸੇ ਬਾਲ ਉਮਰੇ ਵੀ ਝੂਠ ਦੀਆਂ ਜੜ੍ਹਾਂ ਪੁੱਟੀਆਂ ਮਹਾਰਾਜ ਨੇ ਜੀ। ਬਾਲ ਉਮਰੇ ਬਚਪਨ ਦੇ ਕੌਤਕ ਕਰਦਿਆਂ ਨਿਹਾਲ ਕਰਤਾ। ਕਹਿੰਦੇ ਉਹ ਕਿਵੇਂ? ਉਹ ਦੱਸਦਾ ਹਾਂ। ਦੋਹਰਾ ਇਸ ਪ੍ਰਕਾਰ ਸ੍ਰੀ ਸਤਿਗੁਰੂ ਸੰਮਤ ਦੁਐ ਕੇ ਹੋਏ। ਆਖੋ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਇਸ ਤਰੀਕੇ ਨਾਲ ਬਾਲਕਾਂ ਵਾਲੇ ਚੋਜ ਕਰਦਿਆਂ, ਹਾਸੇ ਕਰਦਿਆਂ, ਖੇਡਦਿਆਂ
ਛੇਵੇਂ ਪਾਤਸ਼ਾਹ ਦੇ ਸਰੀਰਕ ਉਮਰ ਜਿਹੜੀ ਉਹ 2 ਸਾਲਾਂ ਦੀ ਹੋਈ ਹੈ ਜੀ। ਹਾਂਜੀ। ਗ੍ਰਾਮ ਵਡਾਲੀ ਕਰੀੜ ਤੇ ਪ੍ਰਿਖ ਹਰਖਤ ਸਭ ਕੋ। ਗੁਰੂ ਕੀ ਵਡਾਲੀ ਵਿੱਚ ਕ੍ਰੀੜਾ ਭਾਵ ਖੇਡਾਂ ਕਰ ਰਹੇ ਹੈ ਤੇ ਸਿੱਖ ਵੇਖ ਵੇਖ ਕੇ ਬੜੇ ਖੁਸ਼ ਹੋ ਰਹੇ ਨੇ ਜੀ। ਹਾਂਜੀ। ਸਵਈਆ ਪ੍ਰਥਵੇ ਕੋ ਪ੍ਰੇਰਨ ਕੀਨਤ ਹਿਤੋ। ਇੱਕ ਦਿਓਸ ਬਿਖੈ ਇੱਕ ਆਇ ਸਪੈਲਾ। ਤੇ ਅੱਗੋਂ ਹੁਣ ਸੁਣਿਓ। ਪ੍ਰਿਥੀਏ ਪੁੰਨ ਪ੍ਰੇਰਨ ਕੀਨ ਹੁਤੋ। ਉਹ ਬਾਬਾ ਪ੍ਰਿਥੀਆ ਨਹੀਂ ਨਾ ਖੁਸ਼ ਹੈਗਾ ਜੀ। ਉਹਨੂੰ ਇਹ ਹੈ ਵੀ ਮੈਂ ਤੇ ਸੋਚਿਆ ਸੀ ਵੀ ਗੋਦ ਵਿੱਚ ਹੀ ਖਤਮ ਕਰ ਦਿਆਂਗੇ, ਉਹ ਤੇ ਖਤਮ ਹੀ ਨਹੀਂ ਹੋ ਸਕੇ। ਫਿਰ ਨਵਾਂ ਹੀ ਕੰਮ ਸ਼ੁਰੂ ਕੀਤਾ ਜੀ। ਕੀ ਕੀਤਾ ਜੀ? ਸੱਪ ਪਾਲਣ ਵਾਲੇ ਇੱਕ ਸਪੇਰੇ ਨੂੰ ਪ੍ਰੇਰਣਾ ਦਿੱਤੀ ਜੀ ਬਾਬੇ ਪ੍ਰਿਥੀਏ ਨੇ। ਇੱਕ ਦਿਵਸ ਵਿਖਾ ਇੱਕ ਆਏ ਸਪੇਲਾ। ਸਪੇਰਾ ਆਇਆ ਜੀ ਇੱਕ ਜੀ ਗੁਰੂ ਕੀ ਵਡਾਲੀ ਵਿੱਚ। ਹਾਂਜੀ। ਬੜ ਨਾਗ ਤਜਿਓ ਸਭ ਤੇ ਦੁਰ ਕੋ। ਕਹਿਣ ਲੱਗੇ ਉਹਨੇ ਸਾਰਿਆਂ ਤੋਂ ਲੁਕ ਕੇ ਇੱਕ ਵੱਡਾ ਫਨੀਅਰ ਨਾਗ ਗੁਰੂ ਕੇ ਮਹਿਲਾਂ ਵਿੱਚ ਛੱਡ ਦਿੱਤਾ ਜੀ। ਵੀ ਮਹਾਰਾਜ ਬਾਲ ਨੇ ਤੁਰੇ ਫਿਰਦੇ ਆ, ਵੱਡਾ ਫਨੀਅਰ ਨਾਗ ਜਿਹੜਾ ਹੈ ਲੁਕ ਕੇ ਛੱਡ ਦਿੱਤਾ ਜੀ ਘਰ ਵਿੱਚ। ਹਾਂਜੀ। ਸੁਪਰਵੇਸ਼ ਪਇਓ ਘਰ ਅੰਤਰ ਪਹਿਲਾ। ਉਹ ਨਾਗ ਵੀ ਮਾਰਦਾ ਫੁੰਕਾਰੇ ਘਰ ਦੇ ਵਿੱਚ ਪ੍ਰਵੇਸ਼ ਕਰ ਗਿਆ ਜੀ। ਹਾਂਜੀ। ਨਹਿਮਾਤ ਉਛੰਗ ਟਿਖੈ ਹਰ ਗੋਬਿੰਦ। ਹੁਣ 2 ਸਾਲਾਂ ਦੀ ਮਹਾਰਾਜ ਦੀ ਉਮਰ ਹੋ ਗਈ ਹੈ। ਕੋਈ ਗੋਦ 'ਚ ਥੋੜੀ ਟਿਕਣਾ ਹੈ ਹਮੇਸ਼ਾ। ਮਹਾਰਾਜ ਮਾਤਾ ਦੀ ਗੋਦ 'ਚ ਨਹੀਂ ਟਿਕਦੇ ਅੱਜ ਕੱਲ। ਹਾਂਜੀ। ਰੂਪ ਬਿਲੰਦ ਆਨੰਦ ਦੇ ਛੈਲਾ। ਉਧਰੋਂ ਮਹਾਰਾਜ ਦਾ ਰੂਪ ਵੱਡਾ ਹੋ ਰਿਹਾ ਹੈ। ਆਨੰਦ ਸਰੂਪ ਮਹਾਰਾਜ ਹੋਰ ਵੱਡੇ ਹੋ ਗਏ ਸਰੀਰ ਕਰਕੇ। ਹਾਂ। ਚਿਤ ਚਾਹਤ ਹੈ ਤਿਸ ਜੀਵ ਉਧਾਰਨ। ਕਹਿਣ ਲੱਗੇ ਮਹਾਰਾਜ ਪਤਾ ਮਾਤਾ ਦੀ ਗੋਦ 'ਚ ਕਿਉਂ ਨਹੀਂ ਟਿਕਦੇ? ਕਵੀ ਸੰਤੋਖ ਸਿੰਘ ਜੀ ਕਹਿੰਦੇ ਮਹਾਰਾਜ ਨੂੰ ਪਤਾ ਲੱਗ ਗਿਆ ਵੀ ਸੱਪ ਆਇਆ ਹੈ, ਉਹਦਾ ਵੀ ਉਧਾਰ ਕਰਨਾ ਹੈ ਨਾ ਹੁਣ। ਹਾਂਜੀ। ਹੋਇ ਗੁਡਲੀ ਸਿਮ ਖੇਲਤ ਖੇਲਾ। ਤੇ ਹੋਇ ਗੁਡਲੀ ਮਿਸ ਖੇਵਤ ਖੇਲਾ। ਕਹਿਣ ਲੱਗੇ ਹੈ ਉਧਾਰ ਕਰਨਾ, ਪਰ ਉਸ ਜੀਵ ਦਾ ਸੱਪ ਦੇ ਬਹਾਨੇ ਉਧਾਰ ਕਰਨਾ ਹੈ। ਸਰੀਰ ਸੱਪ ਵਾਲਾ, ਆਤਮਾ ਤੇ ਸੱਪ ਵਾਲੀ ਨਹੀਂ ਨਾ ਹੈਗੀ ਜੀ। ਆਤਮਾ ਤੇ ਅੰਦਰ ਜੀਵ ਹੀ ਕੋਈ ਬੈਠਾ ਹੈ ਨਾ ਜੀ। ਹਾਂਜੀ। ਸਿਆਮ ਪੋਚੰਗ ਫਿਰੈ ਖੁੱਡ ਖੋਜਤ। ਕਹਿਣ ਲੱਗੇ ਕਾਲੇ ਰੰਗ ਦਾ ਫਨੀਅਰ ਵੱਡਾ ਨਾਗ, ਹਾਂਜੀ, ਜਿਹਨੂੰ ਕੋਬਰਾ ਕਹਿੰਦੇ ਆ ਜੀ, ਉਹ ਖੁੱਡ ਜੀ ਬਣਾ ਕੇ ਬੈਠਾ, ਤੁਰਦਾ ਫਿਰਦਾ, ਫਿਰ ਖੁੱਡ 'ਚ ਆ ਕੇ ਵੜ ਜਾਂਦਾ ਹੈ ਜੀ। ਕਿਸੇ ਨੂੰ ਨਜ਼ਰ ਨਹੀਂ ਆਉਂਦਾ। ਹਾਂਜੀ। ਪਾਵਤ ਹੈ ਨ ਛਪੈ ਜਿਸ ਮਾਹੀ। ਕਹਿਣ ਲੱਗੇ ਉਹ ਖੁੱਡ ਵਿੱਚ ਹੈ, ਕਿਸੇ ਨੂੰ ਪਤਾ ਨਹੀਂ ਲੱਗਦਾ ਵੀ ਕਿੱਥੇ ਲੁਕਿਆ, ਕਿਸੇ ਨੂੰ ਪਤਾ ਹੀ ਨਹੀਂ ਵੀ ਸੱਪ ਹੈਗਾ। ਹਾਂਜੀ। ਮਾਤ ਕੀ ਡੀਠ ਲੱਗੀ ਕਿਤ ਔਰ। ਹੁਣ ਮਹਾਰਾਜ ਸੱਚੇ ਪਾਤਸ਼ਾਹ ਵੇੜੇ 'ਚ ਖੇਲਣ ਦਏ ਆ। ਉਧਰੋਂ ਸੱਪ ਵੀ ਦਾਅ ਵਿੱਚ ਹੈਗਾ ਜੀ। ਹਾਂਜੀ। ਮਾਤਾ ਜੀ ਦਾ ਧਿਆਨ ਨਹੀਂ ਹੈਗਾ, ਮਾਤਾ ਗੰਗਾ ਜੀ ਦਾ ਜੀ, ਉਹਨਾਂ ਦਾ ਧਿਆਨ ਕਿਸੇ ਹੋਰ ਪਾਸੇ ਲੱਗ ਗਿਆ ਜੀ। ਹਾਂਜੀ। ਸੁਦਾਸਨ ਕਾਰਜ ਕੋ ਬਤ ਰਾਹੀ। ਕਹਿਣ ਲੱਗੇ ਮਾਤਾ ਜੀ ਦਾ ਧਿਆਨ ਕਿਤੇ ਹੋਰ ਲੱਗਾ। ਸੇਵਕਾਂ ਨੂੰ ਮਾਤਾ ਜੀ ਕੰਮਕਾਰ ਸਮਝਾ ਰਹੇ ਵੀ ਆਹ ਕੰਮ ਇੰਜ ਕਰੋ, ਆਹ ਕੰਮ ਇੰਜ ਕਰੋ। ਹਾਂਜੀ। ਜਾਏ ਕੇ ਬੇਗ ਸਮੇਤ ਤਬੈ। ਹਾਂਜੀ। ਗਹਿ ਲੀਨਸ ਹਾਥ ਬਿਖੈ ਤਨ ਤਾਹੀ। ਗੱਜ ਕੇ ਆਖੋ। ਕਹਿੰਦੇ ਜਾਏ ਕੇ ਬੇਗ ਸਮੇਤ ਸਬੈ ਗਹਿ ਲੀਨਸ ਹਾਥ ਬਿਖੈ ਤਨ ਮਾਹੀ। ਉਹ ਸੱਪ ਫੁੰਕਾਰੇ ਮਾਰਦਾ 6ਵੇਂ ਪਾਤਸ਼ਾਹ ਵੱਲ ਆ ਰਿਹਾ ਹੈ ਜੀ। ਮਹਾਰਾਜ ਜੀ ਦੀ ਉਮਰ 2 ਸਾਲਾਂ ਦੀ। 2 ਸਾਲਾਂ ਦੇ ਬਾਲਕ ਨੂੰ ਕਿਹੜੀ ਸੋਝੀ ਹੁੰਦੀ ਹੈ ਜੀ? 2 ਸਾਲਾਂ ਦੀ ਸਰੀਰਕ ਉਮਰ ਹੈ ਜੀ। ਸੱਪ ਮਾਰਦਾ ਫੁੰਕਾਰੇ ਜੀ, ਤੇ ਫੁੰਕਾਰੇ ਮਾਰਦਾ ਮਾਰਦਾ ਆ ਰਿਹਾ। 6ਵੇਂ ਪਾਤਸ਼ਾਹ ਨੂੰ ਪਤਾ ਲੱਗਾ। 6ਵੇਂ ਪਾਤਸ਼ਾਹ ਵੀ ਉਹਦੇ ਵੱਲ ਜਾਣ ਲੱਗ ਪਏ ਜੀ। ਜਦੋਂ ਆਇਆ ਨਾ ਜੀ ਸੱਪ ਲਾਗੇ, ਮਹਾਰਾਜ ਨੇ ਸਿਰੇ ਤੋਂ ਹੀ ਫੜ ਲਿਆ ਜੀ ਉਹਨੂੰ ਜੀ। ਫਿਰ ਜੀ ਸਿਰੇ ਤੋਂ ਹੀ ਫੜ ਲਿਆ ਜੀ। ਹੁਣ ਬੜੇ ਬੜੇ ਵੱਡੇ ਜਿਹੜੇ ਸੱਪ ਫੜਨ ਵਾਲੇ ਬੰਦੇ ਆ ਨਾ ਜੀ, ਉਹ ਵੀ ਸੱਪ ਨੂੰ ਫੜਨ ਲੱਗਿਆ ਮੈਂ ਵੇਖਿਆ ਜੀ। ਕਾਲੇ ਰੰਗ ਦਾ ਕੱਪੜਾ ਵਿਖਾਉਂਦੇ, ਇੱਕ ਤਰ੍ਹਾਂ ਨਾਲ ਹਿਪਨੋਟਾਈਜ਼ ਜਿਹਾ ਕਰਦੇ ਆ ਉਹਨੂੰ, ਪਿੱਛੋਂ ਫੜਦੇ ਆ, ਹੌਲੀ ਹੌਲੀ ਫਿਰ ਉਹਨੂੰ ਪਾਉਂਦੇ ਆ ਜੀ। ਹਾਂਜੀ। ਬਹੁਤ ਐਕਸਪਰਟ ਹੋਵੇ ਕੋਈ, ਬਹੁਤ ਐਕਸਪਰਟ ਹੈ, ਉਹ ਸਿੱਧਾ ਸਿਰੀ ਤੋਂ ਫੜਦਾ ਜੇ ਸੱਪ ਨੂੰ ਜੀ। ਤੇ 6ਵੇਂ ਪਾਤਸ਼ਾਹ ਜੀ ਦੀ ਉਮਰ ਕਿੰਨੀ ਹੈ? 2 ਸਾਲ। ਆਖੋ ਵਾਹਿਗੁਰੂ। ਸਰੀਰ ਦੀ ਉਂਝ ਤਾਂ ਹੈ ਹੀ ਨਹੀਂ। 2 ਸਾਲ।
ਮਹਾਰਾਜ ਨੇ ਸਿੱਧਾ ਸਿਰੀ ਤੋਂ ਹੀ ਫੜਿਆ ਜੀ ਉਹਨੂੰ। ਹਾਂਜੀ ਫੁੰਕਰ ਤੋਡਾ ਸਭੇ ਭਜਿਓ ਹਿਤ, ਹਾਂਜੀ। ਜੋਰ ਘਟਿਓ ਭੈ ਛੁਟਕਿਓ ਕਰ ਨਾਹੀ। ਕਹਿੰਦੇ ਆਇਆ ਤਾਂ ਸੀ ਸੱਪ ਮਾਰਨ ਵਾਸਤੇ, ਭੇਜਿਆ ਤੇ ਗਿਆ ਸੀ ਇਸ ਵਾਸਤੇ, ਪਰ ਜਦੋਂ ਮਹਾਰਾਜ ਨੇ ਫੜ ਲਿਆ ਨਾ, ਉਹ ਡੰਗ ਮਾਰਨ ਲਈ ਫੁੰਕਾਰੇ ਮਾਰਦਾ, ਕਈ ਕੁਝ ਕਰਦਾ, ਉਹਦਾ ਜ਼ੋਰ ਨਹੀਂ ਚੱਲਿਆ ਜੀ। ਅਖੀਰ ਹੁਣ ਸੱਪ ਦੇ ਅੰਦਰ ਦੀ ਪਤਾ ਕੀ ਵਿਥਿਆ, ਇਹ ਮੈਨੂੰ ਛੱਡ ਦੇਣ। ਅੱਜ ਕੇ ਆਖੋ ਸੱਪ ਚਾਹੁੰਦਾ ਵੀ ਇਹ ਮੈਨੂੰ ਛੱਡ ਦੇਣ। ਹਾਂਜੀ ਸੀਸ ਦਬਾਏ ਕੈ ਫੇਸ ਦਿਓ ਬਹੁ ਦੀਰਘ, ਸੋ ਉਲਟਿਓ ਬਹੁ ਖਾਏ। ਕਹਿਣ ਲੱਗੇ ਹੁਣ ਹੋਰ ਸੁਣੋ, ਸੀਸ ਦਬਾਏ ਕੈ ਫੇਸ ਦਿਓ, ਸਿਰ ਤੋਂ ਜਿੱਥੋਂ ਸਰੀ ਤੋਂ ਫੜਿਆ ਸੀ ਨਾ, ਧਰਤੀ ਤੇ ਫੜ ਕੇ ਤੇ ਫੇਣ ਲੱਗ ਪਏ ਮਹਾਰਾਜ ਉਹਨੂੰ ਦੀ ਪੂਛ ਉਹਦੀ ਤਾਂ ਤੇ ਸਿਰ ਉਹਦਾ ਠਾਂ ਜੀ, ਫੇਣ ਲੱਗ ਪਏ ਜੀ ਉਹਨੂੰ। ਬਹੁ ਦੀਰਘ ਸਿਉ ਉਲਟਿਓ ਬਲ ਖਾਏ, ਕਹਿਣ ਲੱਗੇ ਉਹ ਤੇ ਪੂਛਾਂ ਪਟਕਾ ਪਟਕਾ ਕੇ ਮਾਰੇ ਕਿ ਪਿੱਛੇ ਜੀ, ਤੇ ਮਾਰ ਸਿਰ ਫੜ ਕੇ ਜ਼ੋਰ ਜ਼ੋਰ ਦੀ ਮਾਰਨ ਧਰਤੀ ਤੇ ਜੀ ਸੱਪ ਦੇ। ਮਹਾਰਾਜ ਸੱਪ ਸੱਪ ਹੀ ਹੁੰਦਾ ਹੈ ਜੀ। ਹਾਂਜੀ ਸੱਪ ਕਿਤੇ ਸਾਹਮਣੇ ਆ ਜੇ, ਹਾਂਜੀ ਸੱਪ ਨਹੀਂ ਮੂੰਹੋਂ ਨਿਕਲਦਾ, ਹੱਪ ਹੀ ਨਿਕਲਦਾ ਜੇ ਫਿਰ ਮੂੰਹੋਂ ਜੀ। ਸੱਪ ਸੱਪ ਹੀ ਹੁੰਦਾ ਹੈ ਜੀ। ਇਹਦੇ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨੂੰ ਨਹੀਂ ਡਰ, ਕਿਉਂ? ਇੱਥੇ ਸੱਪ ਮਾਰਨਾ ਨਹੀਂ ਸਿੱਖੇ, ਸੱਪ ਛਾਂ ਕਰਨੀ ਸਿੱਖੇ ਆ ਜੀ। ਐ ਮਹਾਰਾਜ ਫੇਂਦੇ ਆ ਉਹਨੂੰ, ਉਹ ਮਾਰਦਾ ਪੁੱਛਾਂ ਜੀ। ਹਾਂਜੀ ਲਾਂਗਲ ਕੋ ਲਿਪਟਾਏ ਮਰਿਓ, ਤਬ ਤਾਂ ਦਿਸ਼ ਮਾਤ ਨੇ ਨੈਣ ਲਗਾਏ। ਕਹਿਣ ਲੱਗੇ ਫਿਰ ਉਹ ਪਟਕਾ ਆਪਣੀਆਂ ਪੂਛਾਂ ਨੂੰ ਪਟਕਾ ਪਟਕਾ ਮਾਰਦਾ ਮਾਰਦਾ ਮਾਰਦਾ, ਮਹਾਰਾਜ ਛੱਡਦੇ ਨਹੀਂ ਹੈ। ਇਸ ਤਰ੍ਹਾਂ ਸ੍ਰੀ ਫੇ ਫੇ ਕੇ ਫਿਰ ਫਿਰ ਕੇ ਮਾਰ ਹੀ ਦਿੱਤਾ ਜੀ ਉਹਨੂੰ ਜੀ। ਮਹਾਰਾਜ ਨੇ ਮਾਰਿਆ ਨਹੀਂ ਹੈ, ਕੀ ਕੀਤਾ? ਉਧਾਰ ਕੀਤਾ। ਗੱਜ ਕੇ ਆਖੋ। ਤੇ ਲਾਂਗੁਲ ਕੋ ਪਟਕਾਏ ਮਰਿਓ ਤਬ ਤਾਂ ਦਿਸ਼ ਮਾਤ ਨੈਣ ਲਗਾ। ਉਧਰੋਂ ਮਾਤਾ ਗੰਗਾ ਜੀ ਆ ਗਏ। ਮਾਤਾ ਗੰਗਾ ਜੀ ਨੇ ਵੇਖਿਆ ਹਰਗੋਬਿੰਦ ਜੀ ਕਿਹੜੇ ਨਾਲ ਖੇਡ ਰਹੇ, ਤੇ ਨੇੜੇ ਆ ਕੇ ਵੇਖਿਆ ਤੇ ਖੇਡਣ ਵਾਲੀ ਚੀਜ਼ ਨਹੀਂ ਸੀ, ਸੱਪ ਨੂੰ ਮਾਰ ਸੁੱਟਿਆ। ਹਾਂਜੀ ਭੈ ਕਰ ਭੀਤ ਪਈ ਡਿਗ ਧਾਏ, ਕੈ ਸ੍ਰੀ ਹਰਿ ਗੋਬਿੰਦ ਦੀਨ ਬਗਾਏ। ਮਾਤਾ ਜੀ ਨੂੰ ਡਰ ਲੱਗ ਗਿਆ। ਮਾਤਾ ਜੀ ਉਸੇ ਵੇਲੇ ਹੀ ਸਾਧ ਸੰਗਤ ਜੀ 6ਵੇਂ ਪਾਤਸ਼ਾਹ ਨੂੰ ਚੁੱਕ ਲਿਆ ਤੇ ਪਰਾਂ ਹੋ ਗਏ ਸੱਪ ਤੋਂ ਜੀ। ਹਾਂਜੀ ਦੂਰ ਭਰਿਓ ਮ੍ਰਿਤ ਭੋਗ ਪਸਾਰ, ਕੈ ਪੂਰ ਭਯੰਕ ਹੋਇ ਹਰ ਲਾਏ। ਕੋਬਰਾ ਸੱਪ ਹੈ ਸਾਧ ਸੰਗਤ ਜੀ, ਫਨੀਅਰ ਨਾਗ ਹੈ। ਕਹਿਣ ਲੱਗੇ ਦੂਰ ਲੰਮਾ ਪਿਆ ਹੈ, ਮਰਿਆ ਪਿਆ ਹੈ, ਬੜਾ ਭਿਆਨਕ ਲੱਗ ਰਿਹਾ ਜੀ ਸੱਪ ਜੀ। ਹਾਂਜੀ ਮਾਤ ਨੇ ਜਾਏ ਉਛੰਗ ਲੀਏ, ਬਿਸਮਾਏ ਰਹੀ ਸਭ ਦੇਖਤ ਕਾਇਆ। ਤੇ ਮਾਤਾ ਗੰਗਾ ਜੀ ਛੇਤੀ ਛੇਤੀ ਹੱਥ ਵੇਖਣ ਦੇ, ਪੈਰ ਵੇਖਣ ਦੇ, ਲੱਕ ਵੇਖਦੇ ਆ, ਮਹਾਰਾਜ ਦਾ ਮੁਖ ਵੇਖਦੇ ਵੀ ਕਿਤੇ ਡੰਗ ਦਾ ਨਿਸ਼ਾਨ ਤਾਂ ਨਹੀਂ ਹੈਗਾ। ਆਖੋ ਵਾਹਿਗੁਰੂ। ਕਿਤੇ ਡੰਗ ਦਾ ਨਿਸ਼ਾਨ ਤਾਂ ਨਹੀਂ ਹੈਗਾ, ਕਿਤੇ ਲੜ ਤਾਂ ਨਹੀਂ ਗਿਆ ਸੱਪ। ਹਾਂਜੀ ਡੰਗ ਹਤਿਓ ਨਹਿ ਹੋਏ ਪਰਿਓ ਮ੍ਰਿਤ, ਸ੍ਰੀ ਗੁਰੂ ਨਾਨਕ ਨੰਦ ਬਚਾਇਆ। ਪਰ ਡੰਗ ਹਤਿਓ ਨਹਿ ਹੋਏ, ਡੰਗ ਨਹੀਂ ਮਾਰ ਸਕਿਆ ਸੱਪ। ਪਰਿਓ ਮ੍ਰਿਤ ਸੋਏ, ਕਹਿੰਦੇ ਮਰਿਆ ਤੇ ਉਹ ਪਿਆ। ਫਿਰ ਮਾਤਾ ਗੰਗਾ ਜੀ ਨੇ ਵਿਚਾਰ ਕੀਤੀ, ਗੁਰੂ ਨਾਨਕ ਸਾਹਿਬ ਜੀ ਨੇ ਬਚਾ ਲਿਆ। ਆਖੋ ਵਾਹਿਗੁਰੂ। ਹਾਂਜੀ ਅੰਗਨ ਤੇ ਮ੍ਰਿਤਕਾ ਪਟ ਪਹੁੰਚਤ, ਮਾਤਾ ਜੀ 6ਵੇਂ ਪਾਤਸ਼ਾਹ ਦੇ ਅੰਗਾਂ ਤੋਂ ਮਿੱਟੀ ਪੁੰਝਣ ਲੱਗ ਪਏ ਜੀ। ਹਾਂਜੀ ਧੀਰਜ ਤੇ ਮਨ ਫੇਰ ਟਿਕਾਇਆ। ਜਦੋਂ ਸਾਰੇ ਪਾਸੇ ਵੇਖ ਲਿਆ ਵੀ ਕਿਤੇ ਨਹੀਂ ਸੱਪ ਲੜਿਆ, ਕੋਈ ਡੰਗ ਨਹੀਂ ਵੱਜਾ, ਫਿਰ ਮਾਤਾ ਜੀ ਨੂੰ ਧੀਰਜ ਆਇਆ, ਫਿਰ ਮਾਤਾ ਜੀ ਨੂੰ ਹੌਸਲਾ ਵੱਜਾ ਜੀ। ਇਹ ਤੇ ਸੱਪ ਦਾ ਨਾਮ ਬੜਾ ਭੈੜਾ ਜੀ। ਨਿਆਣੇ ਨੂੰ ਸੱਪ ਲੜ ਜੇ, ਮਾਵਾਂ ਨੂੰ ਪੁੱਛ ਕੇ ਵੇਖੋ ਕੀ ਬਣਦੀ ਜੀ। ਮਾਤਾ ਜੀ ਨੂੰ ਧੀਰਜ ਆਇਆ ਜੀ। ਹਾਂਜੀ ਹੌਲ ਰਹਿਓ ਉਰ ਰੋਰ ਭਰਿਓ, ਪੁਨ ਦੌਰਤ ਆਵਤ ਦਾਸ ਨਿਕਾਇਆ। ਹੌਲ ਰਹਿਓ ਉਰ ਰੋਰ ਭਰਿਓ। ਪਹਿਲਾਂ ਦਿਲ ਹੌਲ ਖਾਂਦਾ ਸੀਗਾ, ਫਿਰ ਸਾਧ ਸੰਗਤ ਜੀ ਜਦੋਂ ਧੀਰਜ ਆਇਆ ਹੌਲ ਪੈਣੋਂ ਬੰਦ ਹੋਇਆ, ਪਰ ਲਾਗੇ ਲਾਗੇ ਰੌਲਾ ਪੈਣ ਲੱਗ ਪਿਆ ਜੀ। ਪੁੰਨ ਦੌਰਤ ਆਵਤ ਦਾਸ ਨਿਕਾਇਆ। ਇੱਕ ਸੇਵਕ ਦੌੜ ਕੇ ਆਇਆ ਵੀ ਵੇਖੀਏ ਕੀ ਗੱਲ ਹੈ। ਹਾਂਜੀ ਸ੍ਰੀ ਗੁਰੂ ਪੈ ਤਬ ਧਾਏ, ਕਹਿਓ ਇੱਕ ਨਾਦ ਮਹਾਨਿਕ ਸਿਓ ਬਲ ਭਾਰੀ। ਸੱਚੇ ਪਾਤਸ਼ਾਹ ਦੇ ਕੋਲ ਗਿਆ ਜੀ ਉਹ ਗੁਰੂ ਅਰਜਨ ਸਾਹਿਬ ਕੋਲ। ਜਦੋਂ ਉਹਨੇ ਸੱਪ ਵੇਖ ਲਿਆ, ਮਹਾਰਾਜ ਸੱਚੇ ਪਾਤਸ਼ਾਹ ਨੂੰ ਜਾ ਕੇ ਕਹਿੰਦਾ, ਮਹਾਰਾਜ ਆਪ ਜੀ ਇੱਥੇ ਬੈਠੇ ਹੋ, ਘਰ ਵਿੱਚ ਮਹਾਰਾਜ ਸੱਪ ਮਰਿਆ ਪਿਆ, ਇੱਕ ਵੱਡਾ ਨਾਗ ਹੈ ਮਹਾਰਾਜ। ਹਾਂਜੀ
ਸ੍ਰੀ ਹਰਿ ਗੋਬਿੰਦ ਹਾਥ ਗਹਿਓ ਤਜ ਪ੍ਰਾਨ ਧਰਿਓ ਨਹਿ ਜਾਏ ਨਿਹਾਰੀ। ਮਹਾਰਾਜ ਸੱਚੇ ਪਾਤਸ਼ਾਹ ਗੁਰੂ ਅਰਜਨ ਸਾਹਿਬ ਜੀ ਨੂੰ ਤੇ ਪਤਾ ਹੈ, ਫਿਰ ਵੀ ਸੇਵਕ ਨੇ ਜੋ ਸੁਣਿਆ ਸੀ ਉਹ ਦੱਸਿਆ ਵੀ ਹਰਗੋਬਿੰਦ ਜੀ ਨੇ ਸਿਰੀ ਫੜ ਲਈ ਉਹਦੀ ਤੇ ਫੇਂ ਫੇਂ ਕੇ ਸਿਰੀ ਮਾਰ ਦਿੱਤਾ ਉਹਨੂੰ ਜੀ, ਮਾਰ ਦਿੱਤਾ ਮਹਾਰਾਜ ਉਹਨੂੰ। ਹਾਂਜੀ। ਨਾਹਿ ਪੁਛਿਓ ਬੜ ਅੰਦਤ ਭਾ ਪਰਮੇਸ਼ਰ ਆਪ ਭਇਓ ਰਖਵਾਰੀ। ਪਰ ਉਹ ਸੱਪ ਹਰਗੋਬਿੰਦ ਜੀ ਦਾ ਕੁਝ ਵਿਗਾੜ ਨਹੀਂ ਸਕਿਆ, ਪਰਮੇਸ਼ਰ ਜੀ ਨੇ ਆਪ ਹੀ ਰੱਖਿਆ ਕੀਤੀ ਹੈ, ਰਾਖੀ ਕੀਤੀ ਹੈ। ਹਾਂਜੀ। ਦੇਖਨ ਕੋ ਘਰ ਆਵਤ ਭੇ ਸਿਖ ਸਾਧਕ ਸ਼ੁਭ ਸਮੇ ਨਰ ਨਾਰੀ। ਤੇ ਮਹਾਰਾਜ ਘਰ ਬੜੇ ਸਿੱਖ ਸੇਵਕ ਵੇਖਣ ਵਾਸਤੇ ਆ ਰਹੇ ਆ, ਸਾਰੇ ਇਕੱਠੇ ਹੋ ਕੇ ਆ ਰਹੇ ਆ। ਹਾਂਜੀ। ਦੋਹਰਾ ਸ੍ਰੀ ਅਰਜਨ ਜੀ ਜਬ ਗਏ। ਮਹਾਰਾਜ ਗਰੀਬ ਨਵਾਜ ਕਹਿੰਦੇ ਚਲੋ ਫਿਰ ਅਸੀਂ ਵੀ ਚੱਲੀਏ ਵੇਖਣ ਜੀ। ਨਾਲ ਭਾਈ ਜੇਠਾ ਜੀ, ਲੰਗਾ ਜੀ, ਹੋਰ ਗੁਰੂ ਦੇ ਪਿਆਰੇ ਸਿੱਖ ਇਸਤਰੀਆਂ ਸਿੱਖ ਸਾਰੇ ਮਗਰ ਮਗਰ ਤੁਰ ਪਏ ਜੀ। ਜਦੋਂ ਮਹਾਰਾਜ ਸੱਚੇ ਪਾਤਸ਼ਾਹ ਘਰ ਪਹੁੰਚੇ ਨਾ ਜੀ, ਹਾਂਜੀ, ਮ੍ਰਿਤਕ ਸਰਪ ਭਾਜੋਏ। ਸੱਪ ਅੱਗੇ ਵੱਡਾ ਲੰਬਾ ਕਾਲੇ ਰੰਗ ਦਾ ਸੱਪ ਮਰਿਆ ਪਿਆ ਸੀਗਾ, ਉਹਦਾ ਖੂਨ ਧਰਤੀ ਨਾਲ ਲੱਗਾ ਸੀਗਾ ਜੀ। ਹਾਂਜੀ। ਅਪਰ ਦੇਹ ਸੁੰਦਰ ਧਰੀ ਹਾਂਜੀ। ਕਰੀ ਦਿਖਾਵਨ ਸੋਏ। ਹੁਣ ਗੁਰੂ ਸਾਹਿਬ ਨੇ ਨਾ ਜੀ ਸਾਹਮਣੇ ਉਹ ਸੱਪ ਦੇ ਵਿੱਚੋਂ ਰੂਹ ਨਿਕਲੀ ਹੈ ਨਾ ਜਿਹੜੀ, ਉਹ ਅਜੇ ਉੱਥੇ ਹੀ ਤੁਰੀ ਫਿਰਦੀ ਸੀਗੀ ਜੀ, ਉਹ ਰੂਹ ਅਜੇ ਉੱਥੇ ਹੀ ਸੀਗੀ ਜੀ। ਉਸ ਰੂਹ ਨੇ ਫਿਰ ਗੁਰੂ ਅਰਜਨ ਸਾਹਿਬ ਜੀ ਦੇ ਸਾਹਮਣੇ ਆਉਣਾ ਕੀਤਾ। ਉਹ ਰੂਹ ਸੱਚੇ ਪਾਤਸ਼ਾਹ ਜੀ ਦੇ ਸਾਹਮਣੇ ਆਈ ਸੋਹਣਾ ਰੂਪ ਬਣਾ ਕੇ ਜੀ। ਹਾਂਜੀ। ਸਵਈਆ ਬੂਜਨ ਕੀਨ ਤਿਸੇ ਕਹੋ ਕੌਣ। ਮਹਾਰਾਜ ਗਰੀਬ ਨਵਾਜ ਜੀ ਨੇ ਜਦੋਂ ਉਸ ਰੂਹ ਨੂੰ ਵੇਖਿਆ ਨਾ ਜੀ, ਹੁਣ ਉਹ ਗੁਰੂ ਸਾਹਿਬ ਨੂੰ ਵਿਖੀ ਹੈ, ਦ੍ਰਿਸ਼ਟੀ ਵਾਲੇ ਸਿੱਖਾਂ ਨੂੰ ਵਿਖੀ ਹੈ, ਉਸ ਰੂਹ ਨੇ ਮੱਥਾ ਟੇਕਿਆ ਮਹਾਰਾਜ ਨੂੰ ਜੀ। ਆਪਾਂ ਵੀ ਸਿਰ ਝੁਕਾਈਏ, ਆਖੋ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਮਹਾਰਾਜ ਗਰੀਬ ਨਵਾਜ ਉਹਦੀ ਰੂਹ ਨੂੰ ਪੁੱਛਦੇ ਵੀ ਤੂੰ ਕੌਣ ਹੈ ਭਾਈ। ਬੂਜਨ ਕੀਨ ਤਿਸੈ ਕਹੋ ਕੌਣ ਤੂੰ। ਹਾਂਜੀ। ਕੈਸੇ ਪੁਚੰਗਮ ਕੋ ਤਨ ਪਾਇਓ। ਤੇ 10 ਸੱਪ ਦਾ ਸਰੀਰ ਕਿਵੇਂ ਮਿਲਿਆ ਸੀਗਾ ਤੈਨੂੰ। ਹਾਂਜੀ। ਭਇਓ ਮ੍ਰਿਤ ਪਾ ਕੇ ਮੈਂ ਦੇਹ ਲਈ ਅਸ। ਕਿਵੇਂ ਤੂੰ ਮਰ ਗਿਆ, ਕਿਵੇਂ ਤੈਨੂੰ ਇਹ ਸਰੀਰ ਮਿਲਿਆ, ਦੁਬਾਰਾ ਮੁੜ ਨਵਾਂ ਤੈਨੂੰ ਰੂਪ ਮਿਲ ਗਈ ਹੈ, ਕਿਵੇਂ ਬਣਿਆ ਤੂੰ ਇਹੋ ਜਿਹਾ ਰੂਪ ਤੇਰਾ। ਹਾਂਜੀ। ਕਯੋ ਕਹੋ ਕਾਰਨ ਹਿਆ ਚੱਲ ਆਇਓ। ਤੇਰੇ ਆਉਣ ਦਾ ਕਾਰਨ ਕੀ, ਤੂੰ ਇੱਥੇ ਕੀ ਕਰਨ ਆਇਆ ਸਾ ਕਹਿਣ ਲੱਗੇ। ਕਿਉਂ ਗੁਰੂ ਸਾਹਿਬ ਨੇ ਨਾ ਸਾਹਮਣੇ। ਗੁਰੂ ਸਾਹਿਬ ਕੌਣ ਨੇ। ਸਤਿਗੁਰ ਦੇਵ ਪਰਤਖ ਹਰ ਮੂਰਤ ਜੋ ਅੰਮ੍ਰਿਤ ਬਚਨ ਸੁਣਾਵੇ, ਜੋ ਅੰਮ੍ਰਿਤ ਬਚਨ। ਗੱਜ ਕੇ ਸਤਿਗੁਰ ਦੇਵ ਜੋ ਅੰਮ੍ਰਿਤ ਬਚਨ ਸੁਣਾਵੇ, ਜੋ ਅੰਮ੍ਰਿਤ ਬਚਨ। ਦਾਸ ਪੰਕਤੀ ਤਾਂ ਬੋਲੀ ਹੈ ਵੀ ਪਤਾ ਲੱਗ ਜੇ ਗੁਰੂ ਅਰਜਨ ਸਾਹਿਬ ਕੌਣ ਨੇ ਜੀ। ਮਹਾਰਾਜ ਸੱਚੇ ਪਾਤਸ਼ਾਹ ਆਪ ਰੱਬ ਜਦੋਂ ਰੂਹ ਨੂੰ ਪੁੱਛਿਆ, ਪਤਾ ਤੇ ਸਾਰਾ ਕੁਝ ਹੈਗਾ ਜੀ ਉਹਨੂੰ। ਮਹਾਰਾਜ ਸੱਚੇ ਪਾਤਸ਼ਾਹ ਨੂੰ ਪਤਾ ਤੇ ਸਭ ਗੱਲ ਦਾ, ਫਿਰ ਵੀ ਕਹਿੰਦੇ ਵੀ ਦੱਸ ਤੂੰ ਕੀ ਕਰਨ ਆਇਆ ਇੱਥੇ। ਹਾਂਜੀ। ਹੱਥ ਕੋ ਜੋਰ ਪ੍ਰਸੰਗ ਸੁਨਾਇਓ। ਉਹਨੇ ਹੱਥ ਜੋੜ ਲਏ ਜੀ, ਹੱਥ ਜੋੜ ਕੇ ਰੂਹ ਨੇ ਮਹਾਰਾਜ ਨੂੰ ਸਾਰੀ ਗੱਲ ਦੱਸੀ। ਪੂਰਬ ਦੇਹ ਮੁਨੀ ਤਪ ਤਾਇਓ। ਸੱਚੇ ਪਾਤਸ਼ਾਹ ਮੇਰਾ ਪਹਿਲਾ ਜਿਹੜਾ ਜਨਮ ਸੀਗਾ ਇੱਕ ਮੁਨੀ ਦਾ ਸੀਗਾ, ਮੁਨੀ ਦਾ ਜੀ। ਮੈਂ ਬੜਾ ਤਪ ਕੀਤਾ ਮਹਾਰਾਜ, ਬੜਾ ਤਪ ਕੀਤਾ ਮੈਂ। ਹਾਂਜੀ। ਭਇਓ ਹੰਕਾਰ ਉਦਾਰ ਮੁਝੇ। ਪਰ ਮੈਨੂੰ ਤਪ ਦਾ ਮਾਣ ਹੋ ਗਿਆ ਵੀ ਮੈਂ ਬੜਾ ਤਪ ਕੀਤਾ ਹੈ, ਮੇਰੇ ਵਰਗਾ ਤਪੀਸ਼ਰ ਨਹੀਂ ਕੋਈ ਹੈਗਾ। ਚੇਤਾ ਰੱਖਿਓ, ਜਿੰਨਾ ਧਰਮ ਦੇ ਕਰਮ ਦਾ ਮਾਣ ਹੁੰਦਾ ਉਹਨਾਂ ਚੋਰ ਨੂੰ ਨਹੀਂ ਹੁੰਦਾ ਜੀ, ਚੋਰ ਨੂੰ ਨਹੀਂ ਇੰਨਾ ਹੁੰਦਾ ਜੀ। ਮਹਾਰਾਜ ਮੈਨੂੰ ਮਾਣ ਹੋ ਗਿਆ। ਹਾਂਜੀ। ਨਹਿ ਮੋਸਮ ਵੇਦ ਕਿਨੂ ਨਰ ਗਾਇਓ। ਮੈਂ ਵੇਦ ਪਾਠੀ ਸਾਂ, ਵੇਦ ਗਾਉਣਾ ਹੁੰਨਾ ਸਾਂ। ਜਿੱਥੇ ਮੈਨੂੰ ਤਪ ਦਾ ਮਾਣ ਹੋਇਆ ਉੱਥੇ ਇਹ ਵੀ ਮਾਣ ਹੋ ਗਿਆ ਵੀ ਮੇਰੇ ਵਰਗਾ ਵੇਦ ਪਾਠੀ ਕੋਈ ਨਹੀਂ ਹੈਗਾ।
ਜਿਸ ਤਰੀਕੇ ਨਾਲ ਵੇਦਾਂ ਦਾ ਗਾਇਨ ਮੈਂ ਕਰਦਾ ਹੈ ਨਾ, ਉਹੋ ਜਿਹਾ ਕੋਈ ਦੂਜਾ ਗਾਇਨ ਨਹੀਂ ਕਰ ਸਕਦਾ। ਹਾਂਜੀ। ਏਕ ਸਮੈ ਵਿਚਰੰਤ ਹੋ ਤੋਰਿਖ ਨਾਰਦ ਮੋਟਿਗ ਆਏ ਗਇਓ। ਇੱਕ ਸਮੇਂ ਫਿਰਦੇ ਫਿਰਦੇ ਵਿਚਰਦੇ ਵਿਚਰਦੇ ਨਾਰਦ ਮੁਨੀ ਮੈਨੂੰ ਆ ਕੇ ਮਿਲ ਪਏ। ਹਾਂਜੀ। ਗਿਆਨ ਪ੍ਰਸੰਗ ਪਨੇ ਬਹੁਤੇ। ਮੇਰੇ ਨਾਲ ਬੜੀ ਗਿਆਨ ਚਰਚਾ ਨਾਰਦ ਮੁਨੀ ਜੀ ਨੇ ਕੀਤੀ। ਹਾਂਜੀ। ਭਗਤੀ ਭਵ ਤਾਰਕ ਨਾਮ ਲਿਓ। ਗੱਜ ਕੇ ਆਖੋ। ਤੇ ਕਹਿਣ ਲੱਗੇ ਭਗਤੀ ਕਰਨ ਵਾਲਾ ਦੱਸਿਆ ਉਹਨਾਂ ਵੀ ਭਗਤੀ ਕੀਤਿਆਂ ਸੰਸਾਰ ਤੋਂ ਤਰ ਜਾਈਦਾ ਹੈ। ਹਾਂਜੀ। ਮੈਂ ਪ੍ਰਸ਼ਨੋਰਤ ਪੂਰ ਕਰੇ। ਮੈਂ ਉਹਨਾਂ ਜਦੋਂ ਕਿਹਾ ਨਾ ਵੀ ਭਗਤੀ ਕਰਕੇ ਸੰਸਾਰ ਤੋਂ ਤਰੀਦਾ ਹੈ, ਮੈਂ ਕੁਝ ਪ੍ਰਸ਼ਨ ਉੱਤਰ ਕੀਤੇ ਉਹਨਾਂ ਨਾਲ। ਹਾਂਜੀ। ਗਰਭਿਓ ਔਰ ਮੈਂ ਨਹਿ ਮਾਨ ਕੀਓ। ਤੇ ਗਰਭਿਓ ਔਰ ਮਹਿ ਨਹਿ ਮਾਨ ਕੀਓ। ਗੱਜ ਕੇ ਆਖੋ। ਮੈਂ ਮਨ ਵਿੱਚ ਹੰਕਾਰ ਕਰਕੇ ਨਾਰਦ ਮੁਨੀ ਦਾ ਮਾਣ ਸਤਿਕਾਰ ਨਹੀਂ ਕੀਤਾ। ਹਾਂਜੀ। ਧਾਰ ਹਿਰਦੈ ਸਮਤਾ ਤੇ ਸਮੋਹ। ਮੈਂ ਕਿਹਾ ਮੇਰੇ ਵਰਗੇ ਹੀ ਹੈ, ਇਹਨਾਂ ਵਿੱਚ ਕੀ ਖਾਸੀਅਤ ਹੈਗੀ ਹੈ। ਹਾਂਜੀ। ਬਚ ਕਰੂਰ ਕਹੇ ਤਬ ਕੋਪ ਪਇਓ। ਪ੍ਰਸ਼ਨ ਉੱਤਰ ਸਾਡੇ ਇੰਨੇ ਜ਼ਿਆਦਾ ਵੱਧ ਗਏ ਵੀ ਮੈਂ ਬੋਲਦਾ ਬੋਲਦਾ ਉਹਨਾਂ ਨੂੰ ਮਾੜਾ ਬੋਲ ਬੈਠਾ ਕਹਿਣ ਲੱਗਾ। ਹਾਂਜੀ। ਕਿਉ ਤਪ ਪਾਵਤ ਹੈ ਤਨ ਮੂਰਖ। ਹਾਂਜੀ। ਵੇਦ ਰਹੱਸ ਨਹੀਂ ਮਨ ਜਾਣਿਓ। ਕਹਿੰਦੇ ਫਿਰ ਨਾਰਦ ਮੁਨੀ ਨੇ ਮੈਨੂੰ ਅੱਗੋਂ ਇਸ ਤਰ੍ਹਾਂ ਆਖਿਆ, ਮੂਰਖਾ ਤਪ ਤੇ ਬੜਾ ਕਰਦਾ ਪਰ ਵੇਦਾਂ ਦਾ ਤੱਤ ਭਾਵ ਨਹੀਂ ਤੇਰੇ ਵਿੱਚ ਹੈਗਾ। ਗਾਇਨ ਤੇ ਬੜੇ ਕਰਦਾ, ਵੇਦਾਂ ਦਾ ਤੱਤ ਭਾਵ ਨਹੀਂ ਤੇਰੇ ਚ ਹੈਗਾ। ਹਾਂਜੀ। ਮੋਨ ਅਨਾਰਦ ਕੋ ਫਲ ਪਾਓ। ਮੂੰਹੋਂ ਤੇ ਤੂੰ ਜ਼ਹਿਰ ਕੱਢਣ ਨੇ ਆ। ਗੱਜ ਕੇ ਆਖੋ। ਵੇਖੋ ਨਾ ਜੀ, ਬਿਲਕੁਲ ਸੱਚਾਈ ਹੈ। ਪੜ੍ਹੀਏ ਅਸੀਂ ਅੰਮ੍ਰਿਤ ਬਾਣੀ ਤੇ ਮੂੰਹੋਂ ਜ਼ਹਿਰ ਕੱਢੀਏ ਜੀ। ਹਾਂਜੀ। ਪੜ੍ਹੀਏ ਅੰਮ੍ਰਿਤ ਬਾਣੀ ਤੇ ਮੂੰਹੋਂ ਕੱਢੀਏ ਜ਼ਹਿਰ, ਇਹਦਾ ਮਤਲਬ ਅੰਮ੍ਰਿਤ ਬਾਣੀ ਅੰਦਰ ਨਹੀਂ ਜਾਂਦੀ ਜੀ। ਜੇ ਅੰਮ੍ਰਿਤ ਬਾਣੀ ਪੜ੍ਹ ਰਹੇ ਤੇ ਅੰਮ੍ਰਿਤ ਬਾਣੀ ਅੰਦਰ ਜਾਵੇ ਤੇ ਅੰਮ੍ਰਿਤ ਹੀ ਬਾਹਰ ਆਵੇ ਜੀ। ਫਿਰ ਜੀ ਆਖੋ ਵਾਹਿਗੁਰੂ। ਉਹ ਕਹਿੰਦੇ ਤੇਰੇ ਅੰਦਰ ਤੇ ਜ਼ਹਿਰ ਭਰਿਆ ਪਿਆ, ਤੈਨੂੰ ਤੇ ਮਾਣ ਹੋਇਆ ਪਿਆ, ਚੱਲ ਸੱਪ ਬਣ ਕਹਿਣ ਲੱਗੇ। ਤੂੰ ਹੁਣ ਸੱਪ ਬਣੇਗਾ। ਹਾਂਜੀ। ਤਾਂ ਛਿਨ ਮੈਂ ਇਮ ਸਰਾਪ ਬਖਾਨਿਓ। ਉਹਨਾਂ ਫਿਰ ਇਹ ਕਹਿ ਦਿੱਤਾ ਵੀ ਇਹ ਹੁਣ ਤੂੰ ਸੱਪ ਹੀ ਬਣੇਗਾ। ਹਾਂਜੀ। ਤੂੰ ਕੁਟ ਲਾਈ ਕਰੀ ਅਦ ਕੈ ਆਰ। ਮੋਹਿ ਜੋ ਬਾਕ ਨਹੀਂ ਹਿਤ ਮਾਨਿਓ। ਤੂੰ ਮੇਰੀ ਗੱਲ ਸਮਝਣ ਹੀ ਨਹੀਂ ਦਿਆਂ ਵੀ ਭਗਤੀ ਕਰਕੇ ਤਰੀਦਾ। ਤੂੰ ਕਹਿੰਦਾ ਗਿਆਨ ਨਾਲ ਤਰਨਾ, ਭਗਤੀ ਕਰਕੇ ਤਰਨਾ। ਹਾਂਜੀ। ਯਾ ਤੇ ਭੁਜੰਗ ਸਰੀਰ ਤਰੋ ਕਰ। ਹਾਂਜੀ। ਕੋਟ ਤਲਾ ਸਭ ਸੁਦਤ ਹਾਨਿਓ। ਕਹਿੰਦੇ ਸੱਪ ਦੀ ਜੂਨ ਚ ਕੁਝ ਸਮਾਂ ਰਹਿ, ਫਿਰ ਤੂੰ ਸਿੱਧਾ ਹੋਏਗਾ। ਗੱਜ ਕੇ ਆਖੋ। ਤੈਨੂੰ ਜਦੋਂ ਪਾ ਕੇ ਰੱਖਿਆ ਨਾ ਪਟਾਰੀ ਚ, ਤੈਨੂੰ ਜਦੋਂ ਟੇਢੀਆਂ ਮੇਢੀਆਂ ਥਾਵਾਂ ਤੇ ਤੁਰਨਾ ਪਿਆ ਤੇ ਬੀਨ ਦੇ ਉੱਤੇ ਨੱਚਣਾ ਪਿਆ, ਫਿਰ ਤੂੰ ਵਾਹਿਗੁਰੂ ਦੇ ਗੁਣ ਚੇਤਾ ਕਰ ਕਰ ਭਗਤੀ ਕਰਨ ਦਾ ਯਤਨ ਕਰੇਂਗਾ। ਇੰਜ ਨਹੀਂ ਤੈਨੂੰ ਅਕਲ ਆਉਣੀ ਬੱਚੂ। ਹਾਂਜੀ। ਵੇਦ ਪੜਿਓ ਤਨ ਤਾਪ ਤਪਿਓ। ਹਾਂਜੀ। ਇਸ ਕੋ ਫਲ ਸਰਾਪ ਕੇ ਅੰਤ ਮੋ ਪਾਵੋ। ਕਹਿਣ ਲੱਗਾ ਮਹਾਰਾਜ ਗੁਰੂ ਅਰਜਨ ਸਾਹਿਬ ਨੂੰ ਦੱਸਦਾ, ਮਹਾਰਾਜ ਮੈਂ ਵੇਦ ਤੇ ਬੜੇ ਪੜ੍ਹੇ ਪਰ ਮਹਾਰਾਜ ਨੇ ਨਾਮ ਨਹੀਂ ਸੀ ਜਪਿਆ, ਇਹ ਉਹਦਾ ਫਲ ਮੈਨੂੰ ਮਿਲਿਆ ਜੀ। ਹਾਂਜੀ। ਸੰਕਟ ਕੇ ਬਸ ਜੀਵਨ ਦੇਖ। ਹਾਂਜੀ। ਤਰੈ ਅਵਤਾਰ ਪ੍ਰਭੂ ਤਰ ਜਾਵੈ। ਕਹਿਣ ਲੱਗੇ ਮਹਾਰਾਜ ਮੈਂ ਫਿਰ ਨਾਰਦ ਮੁਨੀ ਨੂੰ ਪੁੱਛਿਆ ਵੀ ਫਿਰ ਵੀ ਮੈਂ ਵੇਦ ਪੜ੍ਹਿਆ। ਗੱਜ ਕੇ ਆਖੋ। ਮੈਨੂੰ ਕੋਈ ਤੇ ਚੰਗਾ ਫਲ ਦਿਓ। ਕਹਿੰਦੇ ਫਿਰ ਨਾਰਦ ਮੁਨੀ ਨੇ ਆਖਿਆ ਵੀ ਤੂੰ ਵੇਦ ਪੜ੍ਹਿਆ, ਮਿਹਨਤ ਕੀਤੀ ਹੈ, ਉਹ ਮਿਹਨਤ ਦਾ ਫਲ ਤੈਨੂੰ ਮਿਲੇਗਾ। ਕੀ ਫਲ ਮਿਲੇਗਾ? ਕਹਿੰਦੇ ਜਦੋਂ ਪਰਮੇਸ਼ਰ ਜੀ ਤਨ ਧਾਰ ਕੇ ਧਰਤੀ ਤੇ ਆਉਣਗੇ। ਹਾਂਜੀ। ਹਾਥ ਛੁਐ ਤਿਨ ਕੋ ਤਨ ਤੇਰੇ। ਉਹ ਫਿਰ ਆਪਣੇ ਹੱਥ ਤੇਰੇ ਸਰੀਰ ਨੂੰ ਲਾਉਣਗੇ ਕਹਿਣ ਲੱਗੇ। ਹਾਂਜੀ। ਈ ਤਾਂ ਛਿਨ ਮੈਂ ਸੁਰਲੋਕ ਸਿਧਾਵੈ। ਤਾਂ ਛਿਨ ਮੈਂ ਸੁਰਲੋਕ ਸਿਧਾਵੈ। ਤੇਰਾ ਸਰੀਰ ਛੁੱਟ ਜਾਏਗਾ ਤੇ ਤੂੰ ਸਵਰਗਾਂ 'ਚ ਹੀ ਚਲੇ ਜਾਏਗਾ। ਹਾਂਜੀ। ਤੋ ਲਗ ਜੂਨ ਭੁਜੰਗਮ ਕੀ। ਦੁਖਦਾਇਕ ਤਾਰ ਤਰਾ ਵਿੱਚ ਰਾਵੈ। ਇਸ ਕਰਕੇ ਕਹਿੰਦੇ ਨਾਰਦ ਮੁਨੀ ਨੇ ਕਿਹਾ ਜਿੰਨਾ ਚਿਰ ਤੱਕ ਪਰਮੇਸ਼ਰ ਦੀ ਤਨ ਧਾਰ ਕੇ ਨਹੀਂ ਆਉਂਦੇ, ਤੈਨੂੰ ਹੱਥ ਨਹੀਂ ਲਾਉਂਦੇ, ਤੈਨੂੰ ਸਪਰਸ਼ ਨਹੀਂ ਕਰਦੇ, ਉਹਨਾਂ ਚਿਰ ਤੱਕ ਤੂੰ ਸੱਪ ਬਣ ਕੇ ਦੁਖੀ ਰਹੇਗਾ ਜੀ। ਸੱਪਾਂ ਦੀਆਂ ਉਮਰਾਂ ਬੜੀਆਂ ਲੰਮੀਆਂ ਹੁੰਦੀਆਂ ਨੇ ਜੀ। ਬੜੇ ਬੜੇ ਕਈ ਸਾਲ
100 ਸਾਲ ਵੀ ਸੱਪ ਜਿੰਦੇ ਰਹਿ ਜਾਂਦੇ ਜੀ। ਸੱਪਾਂ ਦੀ ਉਮਰ ਵੀ ਲੰਮੀ, ਸੱਪਾਂ ਦਾ ਵੈਰ ਵੀ ਮਾੜਾ ਜੀ ਬੜਾ ਜੀ। ਹਾਂਜੀ, ਕਹਿਣ ਲੱਗਾ ਮਹਾਰਾਜ ਮੈਨੂੰ ਨਾਰਦ ਮੁਨੀ ਨੇ ਆਖਿਆ ਉਹਨਾਂ ਚਿਰ ਤੱਕ ਤੂੰ ਦੁਖੀ ਰਹੇਗਾ ਜਿੰਨਾ ਚਿਰ ਤੱਕ ਰੱਬ ਜੀ ਆਉਂਦੇ ਨਹੀਂ ਹੈ। ਹਾਂਜੀ, ਸ੍ਰੀ ਗੁਰੂ ਸੋ ਅਬ ਆਏ ਸਮੂਹ, ਹਾਂਜੀ। ਗਹਿ ਮੋਹਿ ਸ ਪਹਿਲੇ ਨੇ ਆਏ ਕੈ ਛੋਰਾ। ਉਹਨੇ ਫਿਰ ਗੁਰੂ ਅਰਜਨ ਸਾਹਿਬ ਨੂੰ ਦੱਸਿਆ, ਕਹਿੰਦਾ ਮਹਾਰਾਜ ਮੇਰੀ ਕਿਸਮਤ ਜਾਗ ਗਈ, ਮੇਰੇ ਸਪੇਰੇ ਨੇ ਮੈਨੂੰ ਤੁਹਾਡੇ ਘਰ 'ਚ ਛੱਡਤਾ। ਕਹਿਣ ਲੱਗਾ ਹਾਂਜੀ, ਪ੍ਰੇਰਨ ਕੀਨ ਸ਼ਰੀਕ ਤੁਮਾਰੇ, ਹਾਂ। ਨ ਲੋਭ ਦਿਖਾਏ ਕਛੂ ਤਿਸ ਥੋਰਾ। ਕਹਿਣ ਲੱਗੇ ਉਸ ਸਪੇਰੇ ਨੂੰ ਪ੍ਰੇਰਿਆ ਕਿੰਨੇ ਸੀ? ਤੁਹਾਡੇ ਸ਼ਰੀਕ ਨੇ। ਆਖੋ ਵਾਹਿਗੁਰੂ। ਉਹਨੂੰ ਲੋਭ ਦਿੱਤਾ ਸਪੇਰੇ ਨੂੰ ਵੀ ਤੈਨੂੰ ਮਾਇਆ ਦਿਆਂਗੇ, ਸੱਪ ਉੱਥੇ ਛੱਡ ਆ। ਹਾਂਜੀ, ਖੋਜ ਰਹਿਓ ਖੁਦ ਪਾਏ ਨਹੀਂ, ਹਾਂਜੀ। ਗਹਿ ਲੀਨ ਤਬੈ ਬਲ ਤੇ ਸਿਰ ਫੋਰਾ। ਮਹਾਰਾਜ ਅੱਜ ਦੀ ਗੱਲ ਸੁਣ ਲਓ, ਮੈਂ ਕਈ ਦਿਨਾਂ ਦਾ ਘਰ 'ਚ ਤੁਰਿਆ ਫਿਰਦਾ, ਪਰ ਅੱਜ ਦੀ ਗੱਲ ਸੁਣ ਲਓ, ਅੱਜ ਮੈਨੂੰ ਆਪਣੀ ਖੁੱਡ ਨਹੀਂ ਲੱਭੀ ਮਹਾਰਾਜ। ਮੈਂ ਤੁਰਿਆ ਫਿਰਦਾ ਸਾਂ, ਤੁਹਾਡੇ ਪੁੱਤਰ ਵੱਲ ਆਉਣ ਲੱਗਾ, ਉਹਨਾਂ ਮੈਨੂੰ ਫੜ ਲਿਆ ਮਹਾਰਾਜ। ਹਾਂਜੀ, ਜਾਓ ਅਬੈ ਸੁਰ ਲੋਕ ਜਹਾਂ, ਗੁਰ ਪੂਰਨ ਪੋ ਅਬ ਨੰਦਨ ਮੋਰਾ। ਗੱਜ ਕੇ ਆਖੋ। ਤੇ ਕਹਿਣ ਲੱਗਾ ਤੁਹਾਡਾ ਪੁੱਤਰ ਆਪ ਪਰਮੇਸ਼ਰ ਹੈ, ਤੁਸੀਂ ਆਪ ਪਰਮੇਸ਼ਰ। ਭਾਵੇਂ ਤੁਸੀਂ ਹੱਥ ਲਾ ਦਿੰਦੇ ਤੇ ਭਾਵੇਂ ਤੁਹਾਡੇ ਪੁੱਤਰ ਜੀ ਲਾ ਦਿੰਦੇ, ਤੁਹਾਡੇ ਪੁੱਤਰ ਜੀ ਨੇ ਲਾਇਆ, ਮੈਂ ਹੁਣ ਛੁੱਟ ਗਿਆ। ਕਹਿਣ ਲੱਗਾ ਜਾਓ ਅਬੈ ਪਰ ਸੁਰ ਲੋਕ ਜਹਾਂ, ਬਚਨ ਅਨੁਸਾਰ ਮੈਂ ਹੁਣ ਸਵਰਗਾਂ ਨੂੰ ਚੱਲਾਂ। ਕਹਿਣ ਲੱਗਾ ਗੁਰ ਪੂਰਨ ਹੋ ਅਭਿਬੰਦਨ ਮੋਰਾ। ਜਾਂਦਿਆਂ ਜਾਂਦਿਆਂ ਕਹਿੰਦਾ ਮਹਾਰਾਜ ਤੁਸੀਂ ਪੂਰਨ ਹੋ ਸੱਚੇ ਪਾਤਸ਼ਾਹ, ਮੈਂ ਤੁਹਾਨੂੰ ਮੱਥਾ ਟੇਕਦਾ। ਕਹਿਣ ਲੱਗਾ ਸਾਰੇ ਹੀ ਟੇਕ ਦਈਏ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਹਾਂਜੀ, ਸ੍ਰੀ ਗੁਰ ਤੇ ਮਿਰਤ ਨੰਗ ਕੋ ਉਚਾਏ, ਹਜੂਰ ਮਹਾਰਾਜ ਬ੍ਰਿੰਦ ਖਰੇ ਨਰ ਨਰ ਸਭੈ ਸੁਨ, ਸਾਰੋ ਪ੍ਰਸੰਗ ਹਿਰਦੇ ਬਿਸਮਾਏ। ਸਾਰੇ ਲਾਗੇ ਲਾਗੇ ਜਿੰਨੇ ਖਲੋਤੇ ਸੀਗੇ ਸਾਰੇ ਹੈਰਾਨ ਹੋ ਗਏ। ਅੱਛਾ ਸਾਹਿਬਜ਼ਾਦਾ ਜੀ ਤੇ ਆਪ ਰੱਬ ਹੀ ਨੇ, ਆਪ ਪਰਮੇਸ਼ਰ ਹੀ ਨੇ। ਸੱਪ ਤੇ ਚਲੇ ਗਿਆ ਸਵਰਗਾਂ ਵਿੱਚ ਸਾਧ ਸੰਗਤ ਦੀ। ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਦੀਆਂ ਖੇਡਾਂ ਨੇ। ਕਿਵੇਂ ਕਿਵੇਂ ਕਿਹਦਾ ਕਿਹਦਾ ਭਲਾ ਕਰਨਾ। ਉਹ ਦਾਈ ਦੀ ਰੂਹ ਵੀ ਦੱਸ ਗਈ ਜੀ ਸਾਰਾ ਕੁਝ, ਵੀ ਕਿੰਨੇ ਮੈਨੂੰ ਭੇਜਿਆ। ਸੱਪ ਵੀ ਦੱਸ ਗਿਆ ਵੀ ਤੁਹਾਡੇ ਸ਼ਰੀਕਾਂ ਨੇ ਸਪੇਰੇ ਨੂੰ ਪ੍ਰੇਰਿਆ, ਸਪੇਰਾ ਮੈਨੂੰ ਇੱਥੇ ਛੱਡ ਗਿਆ। ਤੇ ਗੱਲ ਫਿਰ ਉੱਥੇ ਢੁਕਦੀ ਚ, ਜੇ ਸਾਰੀ ਖੇਡ ਨਾ ਬਣਦੀ ਤੇ ਇਹਦਾ ਉਧਾਰ ਕਿਵੇਂ ਹੋਣਾ ਸੀਗਾ ਜੀ। ਇਹਨੇ ਜਿਹੜੀ ਪਿਛਲੇ ਜਨਮ 'ਚ ਇੰਨੀ ਮਿਹਨਤ ਕੀਤੀ ਸੀ, ਇਹਦਾ ਉਧਾਰ ਕਿਵੇਂ ਹੋਣਾ ਸੀਗਾ ਜੀ। ਸੋ ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸਾਰੀ ਖੇਡ ਹੈ ਸਾਧ ਸੰਗਤ ਜੀ। ਆਓ ਆਪਾਂ ਬੜੇ ਪਿਆਰ ਨਾਲ ਸਾਰੇ ਪੜ੍ਹ ਲਈਏ। ਭਾਵੇਂ ਸਰੀਰ ਗੁਰੂ ਅਰਜਨ ਸਾਹਿਬ ਜੀ ਦਾ, ਭਾਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਹੈ, ਤੇ ਪ੍ਰਤੱਖ ਰੱਬ ਦੇ ਰੂਪ ਹੀ ਨੇ ਨਾ ਜੀ ਉਹ ਜੀ। ਪ੍ਰੇਮ ਨਾਲ ਪੜ੍ਹ ਕੇ ਫਿਰ ਖਿਮਾ ਮੰਗੀਏ। ਸਤਿਗੁਰ ਦੇਵ ਪ੍ਰਤੱਖ ਹਰ ਮੂਰਤ, ਜੋ ਅੰਮ੍ਰਿਤ ਬਚਨ ਸੁਣਾਵੈ, ਜੋ ਅੰਮ੍ਰਿਤ ਬਚਨ ਸੁਣਾਵੈ। ਸਤਿਗੁਰ ਸਤਿਗੁਰ ਦੇਵ ਪ੍ਰਤੱਖ ਹਰ, ਜੋ ਅੰਮ੍ਰਿਤ ਬਚਨ ਸੁਣਾਵੈ, ਜੋ ਅੰਮ੍ਰਿਤ ਬਚਨ। ਜਪੋ ਗੱਜ ਕੇ ਸਤਿਗੁਰ ਦੇਵ ਪ੍ਰਤੱਖ ਹਰ ਮੂਰ, ਸਤਿਗੁਰ ਦੇਵ ਪ੍ਰਤੱਖ ਹਰ ਮੂਰ, ਜੋ ਅੰਮ੍ਰਿਤ ਬਚਨ ਸੁਣਾਵੈ, ਜੋ ਅੰਮ੍ਰਿਤ ਬਚਨ ਸੁਣਾਵੈ। ਗਰੀਬ ਨਵਾਜ ਕਿਰਪਾ ਕਰਨ। ਗੁਰੂ ਅਰਜਨ ਸਾਹਿਬ, ਗੁਰੂ ਹਰਗੋਬਿੰਦ ਸਾਹਿਬ ਆਪ ਪ੍ਰਤੱਖ ਰੱਬ ਪਰਮੇਸ਼ਰ ਹਨ।
ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ। ਪਿਆਰ ਦੇ ਨਾਲ ਗੱਜ ਕੇ ਸਾਰੀ ਸੰਗਤ ਫਤਿਹ ਬੁਲਾਓ ਜੀ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ